ਕੀ ਰਤਨ ਹਨ ਦੁਨੀਆਂ ਦੇ, ਗੁਰਬਾਣੀ ਦੇ ਕੀਰਤਨ ਦੇ ਬਰਾਬਰ ਉਸ ਮਹਿਮਾ ਨੂੰ ਆਪ ਸੰਤ ਖਾਨ ਸਾਹਿਬਾ ਦੇ ਬਚਨ ਹਨ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਸਾਰੀ ਸ੍ਰਿਸ਼ਟੀ ਬਾਹਰ ਭਲਾ ਕੋ ਇਹ ਬੰਦਾ ਹੁਕਮ ਕਮਾਵੇ ਮੈਂ ਕੱਢਦਾ ਸਾਹ ਇੱਕ ਸਵਾਸ ਜਿਹੜਾ ਲੈਣਾ ਉਸ ਵਿੱਚ ਹੈ। ਅਸੀਂ ਸਾਰੇ ਬੰਦੇ ਹਾਂ ਹੁਕਮੇ ਪਵਨ ਵਹਿ ਸਦਵਾਉ ਭੈ ਵਿੱਚ ਚੱਲੇ ਲੱਖ ਦਰਿਆਓ ਭੈ ਵਿੱਚ ਕੱਢੇ ਵੇਕਾਰ ਭੈ ਵਿੱਚ ਰਾਜਾ ਧਰਮ ਦਵਾਰ ਭੈ ਵਿੱਚ ਸੂਰਜ ਭੈ ਵਿੱਚ ਚੰਦ 100 ਕਰੋੜੀ ਸਲਤਨਤ ਅਸੀਂ ਵਿਚਾਰੇ ਜੀਵ ਕੇ ਬਾਹਰ ਹਾਂ ਸੂਰਜ ਚੰਦਰਮਾ ਧਰਤੀ ਸਭ ਕੁਛ ਉਹਦੇ ਹੁਕਮ ਵਿੱਚ ਹੈ ਸਭ ਦੇ ਭੈ ਵਿੱਚ ਹੈ। ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣੇ ਹੋ ਉਹਦੇ ਬਖਸ਼ੇ ਉਦਮ ਨੂੰ ਲੈ ਕੇ ਗੁਰੂ ਚਰਨਾਂ 'ਚ ਪਹੁੰਚੇ ਹੋ। ਆਪਣੇ ਆਪ ਜੀਵ ਕੁਛ ਨਹੀਂ ਕਰ ਸਕਦਾ। ਕਾਠ ਕੀ ਪੁੱਤਰੀ ਕਹਾਂ ਕਰੇ ਬੱਪਰੀ ਲਾਵਣ ਹਾਰੋ ਜਾਣੇ ਕਿਵੇਂ ਖਿਡਾਰਿਆ ਸਾਨੂੰ ਅਸੀਂ ਬੱਪਰੇ ਵਿਚਾਰੇ ਕਿਵੇਂ ਨੱਕ ਨੱਥ ਖਸਮ ਹੱਥ ਕਰ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਾਚੇ ਆਬਦ ਕਟਿਓ ਨਾ ਜਾਦ ਪ੍ਰੇਮ ਰਹਿ ਚਰਨ ਕਮਲ ਸੰਗ ਸਾਵਨ ਬਧਿਓ ਨਾ ਬਾਜਾਦ ਬਿਲੇ ਮਨ ਦਰਸ ਮਗ ਤੀਰ ਨਾ ਸਖਤ ਬੋਰ ਚਲੇ ਹਨ ਪੰਥ ਪਗ ਸਾਬਕ ਚੜੇ ਉਹਨਾਂ ਚਾਰ ਜਾਤ ਆਦਿਕ ਪੰਕਤੀਆਂ ਉਸਦੇ ਹੁਕਮ ਵਿੱਚ ਨੇ ਸ਼ਾਇਤਰ ਕਿਸੇ ਨੂੰ ਕੱਟ ਨਹੀਂ ਸਕਦਾ ਰੋਮ ਨਹੀਂ ਕੱਟ ਸਕਦਾ ਆਬਦ ਸ਼ਾਇਤਰ ਉਹਦੇ ਹੁਕਮ ਵਿੱਚ ਚੱਲਣ ਵਾਲੀ ਭਾਵ ਜਿਹੜੀ ਹਵਾ ਸਦਗਤੀ ਕਰ ਰਹੀ ਹੈ ਤੇ ਪਾਣੀ ਚੱਲ ਰਿਹਾ ਤੀਰ ਕਿਸੇ ਨੂੰ ਰੋੜ ਦੇ ਸਕਦਾ ਤੇ ਬਸੰਤਰ ਅਗਨੀ ਦੇਵਤਾ ਕਿਸੇ ਨੂੰ ਸਾੜ ਨਹੀਂ ਸਕਦਾ। ਇਹਦੇ ਮਗਰ ਸਾਖੀਆਂ ਨੇ ਬਵਾਣੀਆਂ ਕਹਾਣੀਆਂ ਨੇ ਉਸ ਗੁਰੂ ਦੀ ਕਿਰਪਾ ਹੋਈ ਹੈ ਤੇ ਕੋਟਾਨ ਕੋਟ ਰੋਮ ਰੋਮ ਧੰਨਵਾਦ ਕਰੋ ਸਾਨੂੰ ਮਨੁੱਖ ਜਾਤੀ ਸਰੀਰ ਬਖਸ਼ਿਆ ਤੇ ਸਿੱਖਾਂ ਦੇ ਘਰ ਵਿੱਚ ਜਨਮ ਦਿੱਤਾ ਤੇ ਆਪ ਬਾਣੀ ਸਿਮਰਨ ਬਖਸ਼ ਹੈ। ਦਿਨ ਭਾਗਾਂ ਸਤਸੰਗ ਨਾ ਲੱਭੇ ਨਹੀਂ ਪ੍ਰਾਪਤ ਹੁੰਦੀ ਗੁਰੂ ਸੰਗਤ ਤੋਂ ਬਿਨਾਂ ਮਨ ਆਤਮਾ ਨੂੰ ਹੰਗਤਾ ਮਮਤਾ ਦੀ ਕਈ ਸਾਰ ਪੈੜ ਲੱਗੀ ਹੋਈ ਹੈ ਤੇ ਗਾਂ ਹੋਰ ਲੱਗ ਰਹੀ ਹੈ। ਲਾਉਣ ਵਾਸਤੇ ਇਹੀ ਸਾਧਨ ਹੈ ਜੋ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਦੇ ਨਿਤਨੇਮ ਦਾ ਸਿਮਰਨ ਦਾ ਕੀਰਤਨ ਦਾ ਲਾਹਾ ਲੈ ਚੁੱਕੇ ਹੋ। ਆਓ ਜਿਵੇਂ ਸਭ ਸੱਚੇ ਪਾਤਸ਼ਾਹ ਕਿਰਪਾ ਕਰਕੇ ਵਿਚਾਰ ਕਰਵਾਉਣ ਗੁਰਬਾਣੀ ਦੀ ਕਥਾ ਵਿਚਾਰ ਕਰਕੇ ਸਾਰੇ ਕਰਕੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹਲਾ ਤੀਜਾ। ਇਸ ਜਗ ਮੈਂ ਸੰਤੇ ਤਨ ਖਟਿਆ ਜਿਨ੍ਹਾਂ ਸਤਿਗੁਰ ਮਿਲਿਆ ਪ੍ਰਭ ਆਏ। ਬਾਰੂ ਰਾਗ ਦੀ ਇਹ ਪਹਿਲੀ ਵਾਰ ਜੋ ਚੱਲ ਰਹੀ ਇਸ ਵਿੱਚ ਇਹ 17ਵਾਂ ਸਲੋਕ ਆਪ ਜੀ ਨੇ ਸਰਵਣ ਕੀਤਾ ਹੈ। ਗੁਰੂ ਅਮਰਦਾਸ ਜੀ ਦੀ ਰਚਨਾ ਉਚਾਰਿਆ। ਸੋ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਤੀਜੀ ਜੋਤ ਗੱਦੀ ਤੇ ਬੈਠਣ ਦਾ ਸਮਾਂ ਜਿਨ੍ਹਾਂ ਨੂੰ ਲੈਣੇ ਪਾਈ ਨਾਨਕੋਂ ਦੇਣੀ ਅਮਰਦਾਸ ਤਾਰਿਆ ਗੁਰ ਬੈਠਾ ਅੰਮ੍ਰਿਤ ਗੁਰਮੁਖ ਪਾਈ ਦਾਤ ਤੇ ਭੱਟਾ ਨੇ ਸਵਈਆਂ ਅੰਦਰ ਸਤੀ ਹੈ ਕਨ ਹਰ ਬੂੰਦ ਬਸਤੋ ਰਬਾਵਲ ਕੁਸਮ ਬਸੰਤ ਗਨੰਤ ਨ ਆਵੇ ਰਾਮ ਫਿਕਰ ਉਦਰ ਸਾਗਰ ਗੰਗ ਤਰੰਗ ਅੰਤ ਕੋ ਪਾਵੇ ਰੂ ਧਿਆਨ ਗਿਆਨ ਸਤਿਗੁਰ ਕੇ ਕਾਬਜਨ ਭਲ ਕੋ ਜੋਗਾਵੇ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਸੋਹੇ ਬਣਿਆਵੇ ਗੱਦੀ ਤੇ ਨਾਨਕ ਪਾਤਸ਼ਾਹ ਜੀ ਕੇ ਜੋਤ ਆਲਮ ਕੇ ਸੇਵਾ ਗੁਰੂ ਅਮਰਦਾਸ ਜੀ ਪਾਸੋਂ ਮਹਾਰਾਜ ਸਾਹਿਬ ਤੀਜੇ ਪਾਸੋਂ ਲਈ ਇਸ ਪ੍ਰਕਾਰ ਉਹਨਾਂ ਦੀ ਰਚਨਾ ਤੋਂ ਉਚਾਰਿਆ ਹੋਇਆ ਪਵਿੱਤਰ ਸ਼ਬਦ ਮਹਾਵਾਕ ਮੁਖਵਾਕ ਕੀ ਕਹਿੰਦੇ ਇਸ ਜਗ ਮਹਿ ਸੰਤੀ ਧਨ ਖਟਿਆ ਜਿਨ੍ਹਾਂ ਸਤਿਗੁਰ ਮਿਲਿਆ ਪ੍ਰਭ ਆਏ। ਇਸ ਜਗ ਕਲਯੁਗ ਦਾ ਸਮਾਂ ਤੇ ਸ਼ਾਂਤ ਚਿਤ ਮਹਾਤਮਾ ਨੇ ਨਾਮ ਧਨ ਖਟਿਆ। ਜਿਹੜੀ ਸ਼ਾਂਤੀ ਸੰਤੋਖ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਦੇ ਵੀ ਕਿਸੇ ਨੂੰ ਨਹੀਂ ਆਇਆ। ਚੰਦਨ ਚੰਦਨ ਸਰਦ ਰੁੱਤ ਮੂਲ ਨ ਮਿੱਟੀ ਘਾਮ ਸੀਤਲ ਜੀਵੇ ਨਾਨਕ ਅਜ ਬੰਦੜੋ ਹਰਨਾਮ। ਜਿਹੜੀ ਸ਼ਾਂਤੀ ਜਿਹੜਾ ਸੰਤੋਖ ਜਿਹੜਾ ਆਨੰਦ ਖੇੜਾ ਸਰੂਰ ਪਰਮੇਸ਼ਰ ਦਾ ਨਾਮ ਦੇ ਉਹ ਚੰਦਨ ਨਹੀਂ ਦੇ ਸਕਦਾ। 18 ਪਹਾੜ ਬਨਾਸਪਤੀ ਤੋਂ ਚੰਦਨ ਨੂੰ ਤੋਂ ਮੰਨਿਆ ਬਹੁਤ ਠੰਡਾ ਹੈ। ਜਾਣੇ ਦੱਸਦੇ ਵਿਰਜ ਦੇ ਪਾਣੀ 'ਚ ਥੋੜਾ ਜਿਹਾ ਪਾ ਦੋ ਤੇ ਪਾਣੀ ਨੂੰ ਠੰਡਿਆ ਕਰ
ਉਹਦੇ ਵਿੱਚ ਠੰਡੀ ਬੜੀ, ਉਹਦੇ ਵਿੱਚ ਸੁਗੰਧੀ ਬੜੀ। ਪਰ ਜਿਹੜੀ ਜੀਵ ਦੇ ਸਰੀਰ ਦੇ ਅੰਦਰ ਆਪਸ ਨੂੰ ਘਾਮ ਗਰਮੀ ਤਪਤ ਲੱਗੀ ਹੋਈ ਹੈ, ਉਹ ਚੰਦਨ ਨਹੀਂ ਮੇੜ ਸਕਦਾ। ਚੰਦਰਮਾ ਦੀ ਚਾਨਣੀ ਤੇ ਕਿਰਨਾਂ ਠੰਡੀਆਂ ਬਣੀਏ, ਉਹ ਵੀ ਅੰਦਰ ਦੀ ਗਰਮੀ ਬੰਦੇ ਦੀ ਮਨੁੱਖ ਦੀ ਦੂਰ ਨਹੀਂ ਕਰ ਸਕਦੀ। ਸਨੋਹ ਪੈਂਦੀ ਹੈ, ਬਰਫ਼ ਪੈਂਦੀ ਹੈ, ਸਿਆਲ ਦੀ ਰੁੱਤ ਠੰਡੀ ਬਣੀ ਤੇ ਬਸਤਰ ਉਤਾਰ ਕੇ ਸਨੋਹ 'ਚ ਬਿਠਾ ਦੋ, ਚੰਦਨ ਕੋਲ ਦੇ ਦੋ, ਚੰਦਰਮਾ ਦੀ ਚਾਨਣੀ ਸਿਰ ਤੇ ਹੋਵੇ, ਉਹਨੂੰ ਪੁੱਛੋ ਤੇਰੀ ਆਤਮਾ ਨੂੰ ਠੰਡ ਪਈ ਹੈ, ਮਨ ਠੰਡਾ ਸੀਤਲ ਹੋ ਗਿਆ। ਸੁੰਨ ਹੋ ਕੇ ਮਰ ਭਾਵੇਂ ਜਾਵੇ, ਮਨ ਦੀ ਗਰਮੀ ਕਾਮ ਵਿੱਚ। ਉਹ ਪਰਮੇਸ਼ਰ ਦੇ ਨਾਮ ਨੇ ਵਿੱਚ ਜਿੱਥੇ ਨਾਮ ਵਰਤਦਾ ਹੋਵੇ, ਉਹਨੂੰ ਤੱਤੀ ਤਵੀ ਤੇ ਵੀ ਬਿਠਾ ਦਿਓ, ਬਲਦੀ ਦੇਗ 'ਚ ਬਿਠਾ ਦਿਓ, ਤਾਂ ਵੀ ਗਰਮੀ ਕਾਮ, ਤਾਂ ਵੀ ਗਰਮੀ ਨਹੀਂ। ਇਸ ਪ੍ਰਕਾਰ ਉਹ ਸ਼ਾਂਤ ਚਿੱਤ ਮਹਾਤਮਾ ਨੇ ਨਾਮ ਰੂਪੀ ਧਨ ਖੱਟਿਆ, ਬੁੱਧੀ ਰੂਪੀ ਪੱਲੇ ਬੱਧਾ ਹੈ ਤੇ ਸਤਨਾਹ ਤੁਰੈ ਸਭ ਤੋਂ ਵੱਡਾ ਗੁਰ ਉਹਨਾਂ ਨੂੰ ਮਿਲਿਆ। ਪ੍ਰਭੂ ਆਪ ਆਣ ਕਰਕੇ ਉਹਨਾਂ ਨੂੰ ਪ੍ਰਾਪਤ ਹੋਈ ਹੈ। ਸਤਿਗੁਰ ਸੱਚ ਦ੍ਰਿੜਾਇਆ, ਇਸ ਤਨ ਕੀ ਕੀਮਤ ਕਹੀ ਨਾ ਜਾਏ। ਸਤਨਾਸ ਤੋਂ ਰਹਿਤ ਗੁਰ ਸਭ ਤੋਂ ਵੱਡੇ ਨੇ, ਸੱਚ ਨੂੰ ਨਿਹਚੇ ਕਰਵਾਤਾ, ਸੱਚ ਦ੍ਰਿੜ ਕਰਵਾਤਾ ਕਿ ਸੱਚੋਂ ਓਰੇ ਸਭ ਕੋ ਪਰ ਸੱਚ ਆਚਾਰ। ਦੱਸ ਦਿੱਤਾ ਨਿਹਚੇ ਹੋ ਗਿਆ ਕਿ ਸੱਚ ਸਭਨਾ ਕਾ ਖਤਮ। ਬਖਸ਼ੇ ਆਏ ਸੱਚ ਨੂੰ ਉਹ ਪਾਉਂਦਾ ਜੇ ਤੇਰੇ ਦੀ ਬਖਸ਼ ਕਿਰਪਾ ਹੋਵੇ, ਹੈ ਸਾਰਿਆਂ ਦਾ ਕਰ, ਸਾਰਿਆਂ ਦਾ ਸੱਚੋਂ ਸਭ ਕੁਝ ਥੱਲੇ ਹੀ ਹੈ ਤੇ ਕੂੜ ਨਾ ਪਹੁੰਚੇ ਸੱਚ ਨੂੰ। 100 ਘਾੜਤ ਘੜੀਏ, ਸੈਂਕੜੇ ਘਾੜਤਾਂ ਵੀ ਕਰ ਦਵੋ ਤਾਂ ਸੱਚ ਸੱਚ ਹੀ ਰਹਿੰਦਾ। ਕੂੜ ਫਿਰ ਅੰਤ ਨੂੰ, ਕੂੜ ਨਿਖੁੱਟੇ ਨਾਨਕਾ, ਓੜਕ ਸੱਚ ਰਹੀ। ਇੰਨੇ ਪ੍ਰਮਾਣ ਸੁਣ ਕੇ ਵੀ ਯਕੀਨ ਨਾ ਆਵੇ ਤੇ ਕਦੋਂ ਆਵੇ। ਸੱਚ ਦਾ ਪੱਲਾ ਨਹੀਂ ਛੱਡਣਾ, ਕੂੜ ਦੇ ਮਗਰ ਨਹੀਂ ਲੱਗਣਾ। ਕੂੜ ਕੂੜ ਹੀ ਹੈ। ਸਤਿਗੁਰੂ ਨੇ ਸੱਚ ਦ੍ਰਿੜ ਕਰਵਾ, ਸੱਚਾ ਰੂਪੀ ਧਨ ਨਾਮ ਵੀ ਧਾਮ, ਉਹਦੀ ਕੀਮਤ, ਉਹਦਾ ਮੁੱਲ ਕਹਿਆ ਰਸਨਾ ਤੋਂ ਨਹੀਂ ਜਾ ਸਕਦਾ, ਲਿਖਿਆ ਨਹੀਂ ਜਾ ਸਕਦਾ ਕਿ ਯਤਨ ਕਰੇ ਵੀ ਤੇ ਕੀਤਾ ਸਭ ਕੀਮਤ ਮਿਲ। ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਚਾਹੀ ਤੇਰੀ ਤਿਲ ਵਡਿਆਈ ਰੋਜ਼ ਪੜ੍ਹਦੇ ਐ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਸੁਰਤੀ ਕਮਾਉਣ ਵਾਲਿਆਂ, ਕੀਮਤ ਪਾਉਣ ਵਾਲਿਆਂ ਮਿਲ ਕੇ ਇਕੱਠਿਆਂ ਹੋ ਕੇ ਯਤਨ ਕੀਤਾ ਤੇ ਪਾ ਲਈ ਕੀਮਤ। ਨਹੀਂ ਪਾ ਸਕਦੇ, ਕੀਮਤ ਕਹੀ ਨਹੀਂ ਜਾ ਸਕਦੀ। ਭਾਵੇਂ ਉਹ ਗੁਰੂ ਹੋਣ ਤੇ ਭਾਵੇਂ ਹਾਈ ਗੁਰੂ, ਦਾਦਾ ਪਰਦਾਦਾ ਗੁਰੂ, ਜੇ ਮਰਜ਼ੀ ਯਤਨ ਕਰ ਲੈਣ, ਉਹਦੀ ਕੀਮਤ ਕੌਣ ਪਾ ਸਕਦਾ? ਕੀਮਤ ਕੌਣ ਕਰੇ ਪ੍ਰਭ ਤੇਰੀ, ਤੂੰ ਸਰਬ ਦੀਆਂ ਪ੍ਰਤਪਾਲਾ। ਸੋ ਕੀਮਤ ਕਹੀ ਨਹੀਂ ਜਾ ਸਕਦੀ, ਦੱਸੀ ਲਿਖੀ ਨਹੀਂ ਜਾ ਸਕਦੀ। ਇਕ ਧਨ ਪਾਇਆ ਭੁੱਖ ਲੱਥੀ, ਦੁੱਖ ਵਰਸਿਆ ਮਨ ਆਏ। ਮਨੁੱਖ ਜੀਵਾਂ ਦੀ ਭੁੱਖ ਲੈਂਦੀ ਨਹੀਂ, ਭਾਵੇਂ ਉਹਨਾਂ ਨੂੰ ਜੋ ਮਰਜ਼ੀ ਦੇ ਦੇਵੋ। ਭੁੱਖਿਆਂ ਭੁੱਖ ਨਾ ਉਤਰੀ ਤੇ ਬੰਨਾ ਪੁਰੀਆਂ ਭਾਰ। ਇੱਕ ਪੁਰੀ ਨਹੀਂ, 14 ਪੁਰੀਆਂ ਦੇ ਜਿੰਨੇ ਪਦਾਰਥਾਂ ਦੇ ਭਾਰ ਪੰਡਾਂ ਨੇ ਬੰਨ ਬੰਨ ਦੇ। ਹੁਣ ਦੀ ਭੁੱਖ ਤਾਂ ਵੀ ਨਹੀਂ ਲੈਣੀ, ਤਾਂ ਵੀ ਨਹੀਂ ਉਤਰਨੀ। ਇਸ ਧਨ ਨੂੰ ਪਾਇਆ, ਨਾਮ ਰੂਪੀ ਧਨ ਦੀ ਸੱਚ ਦੀ ਪ੍ਰਾਪਤੀ ਕਰਨ ਨਾਲ ਭੁੱਖ ਲੱਥੀ, ਸੰਤੋਖ ਆ ਗਿਆ, ਸ਼ਾਂਤੀ ਆ ਗਈ। ਮਨ ਮੇਰਾ ਧਾਵਨ ਤੇ ਛੁੱਟ ਕਿਉਂ ਕਰ ਬੈਠੋ ਵਿਸਰਾਮ। ਇਸ ਧਨ ਪਾਇਆ ਭੁੱਖ ਲੱਥੀ, ਸ਼ਾਂਤੀ ਸੰਤੋਖ ਵਾਲਾ ਸੁਖ ਮਨ ਵਿੱਚ ਆ ਕਰਕੇ ਵਸਿਆ ਟਿਕਿਆ ਹੈ। ਜਿੰਨਾ ਕੋ ਤੁਰ ਲਿਖਿਆ ਤਿਨੇ ਪਾਇਆ ਆਏ। ਪਰ ਧੁਰੋਂ ਮਸਤਕ ਦੇ ਲੇਖ ਚੰਗੇ ਹੋਣ, ਗੁਰੂ ਦੀ ਕਿਰਪਾ ਹੋਵੇ, ਨਜ਼ਰ ਸਵੱਲੀ ਹੋਵੇ, ਤਾਂ ਤਾਂ ਇਹ ਪ੍ਰਾਪਤੀ ਹੁੰਦੀ ਹੈ। ਸੱਚ ਦੀ ਪ੍ਰਾਪਤੀ ਤਾਂ ਹੈ, ਨਾਮ ਦੀ ਪ੍ਰਾਪਤੀ ਤਾਂ ਹੈ, ਹਿਰਦੇ ਵਿੱਚ ਤਾਂ ਟਿਕਦਾ ਹੈ। ਹੋਰ ਸਾਰੇ ਖਿਆਲ, ਹੋਰ ਸਾਰੇ ਵਲਵਲੇ ਪਾਸੇ ਹੋ ਜਾਣ, ਵਸਤੂ ਅੰਦਰ ਵਸਤ ਮਾਵੇ, ਦੂਜੀ ਹੋਵੇ ਪਾਸ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕੱਠਾ। ਭਗਤਾ ਮਮਤਾ ਮੈਂ ਮੇਰੀ ਜਿੱਥੇ ਵਸਦੀ ਉੱਥੇ ਨਾਮ ਨਹੀਂ ਟਿਕ ਸਕਦਾ। ਸਾਰੀਆਂ ਭੁੱਖਾਂ ਲੈ ਜਾਂਦੀਆਂ, ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਮਨਮੁਖ ਜਗਤ ਨਿਰਧਨ ਹੈ, ਮਾਇਆ ਨੂੰ ਦਿਲ ਲਾਏ। ਮਨਮੁਖ ਪੁਰਖ ਜਗਤ ਵਿੱਚ ਨਿਰਧਨ, ਕੰਗਾਲ ਗਰੀਬ ਹੈ। ਜੋ ਮਰਜੀ ਉਹਨੂੰ ਦੇ ਦੋ, ਉਹ ਦੁਨਿਆਵੀ ਧਨ ਇਹ ਤੇ ਨਾ ਸਾਥ ਜਾਏ ਨਾ ਪ੍ਰਾਪਤ ਹੋ, ਤੇ ਨਾਮ ਰੂਪੀ ਧਨ ਉਹਦੇ ਕੋਲ ਨਹੀਂ। ਇਸ ਕਰਕੇ ਗਰੀਬ ਹੈ, ਨਿਰਧਨ ਹੈ, ਕੰਗਾਲ ਹੈ। ਉਹ ਮਾਇਆ ਨੂੰ ਦਰਲਾਭ ਵੀ ਕਰੀ ਜਾਂਦਾ ਤੇ ਭੁੱਖ ਪੂਰੀ ਹੁੰਦੀ ਨਹੀਂ।
ਖਾਲੀ ਹੀ ਰਹਿੰਦਾ ਹੈ। ਅਨਦਿਨ ਫਿਰਦਾ ਸਦਾ ਰਹਿ ਭੁੱਖ ਨਾ ਕਦੇ ਜਾਏ। ਇਹ ਸੁਭ ਸਿੱਖਿਆ ਸਾਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਰਹੇ ਹਨ। ਅੰਨ ਦਿਨ ਦਿਨੇ ਰਾਤ ਫਿਰਦਾ ਸਦਾ ਭੱਜਾ ਹੀ ਫਿਰਦਾ ਹੈ। ਚੜ੍ਹਦੇ ਲਹਿੰਦੇ ਉਤਰਦਾ ਖੜਪੁਰਬ ਭੁੱਖ ਕਦੇ ਨਾ ਜਾਏ। ਪਦਾਰਥਾਂ ਦੀ ਭੁੱਖ ਉਹ ਮਿਲ ਗਏ, ਚੌਧਰ ਵਡਿਆਈ ਦੀ ਭੁੱਖ ਉਹ ਮਿਲ ਗਈ, ਤਾਂ ਹੋਰ ਭਾਵ ਪੁੱਤਰਾਂ ਦੀ ਭੁੱਖ। ਇਹ ਭੁੱਖ ਉਹਦੀ ਮਿਟਣੀ ਨਹੀਂ, ਭੁੱਖਿਆਂ ਦੀ ਭੁੱਖ ਨਾ ਉਤਰੀ, ਇਹੋ ਹਾਲਾਤ ਬਣੀ ਰਹਿਣੀ ਹੈ। ਸ਼ਾਂਤ ਨਾ ਕਦੇ ਆਵੇ ਨਾ ਸੁਖ ਵਸੈ ਮਨ ਆਏ। ਨਾ ਕਦੇ ਮਨ ਨੂੰ ਸ਼ਾਂਤੀ ਆਉਣੀ ਹੈ ਤੇ ਨਾ ਸ਼ਾਂਤੀ ਸੰਤੋਖ ਦੇਣ ਵਾਲਾ ਸੁਖ ਪ੍ਰਾਪਤ ਹੋਣਾ। ਸੁਖ ਤੇ ਸ਼ਾਂਤੀ ਸੰਤੋਖ ਜੇ ਉਹ ਨਾ ਆਇਆ ਫਿਰ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਵਾਲੀ ਹਾਲਾਤ ਹੋਵੇਗੀ। ਸਦਾ ਚਿੰਤੂ ਚਿਤ ਉਦਾਰ ਹੈ ਸਹਿਸਾ ਕਦੇ ਨਾ ਜਾਏ। ਮਨ ਤੋਂ ਸਹਿਸਾ ਮਨ ਤੋਂ ਝੋਰਾ ਫਿਕਰ ਕਦੇ ਮੁੱਕਣਾ ਨਹੀਂ। ਸਦਾ ਚਿੰਤਾ ਵਿੱਚ ਵਧਾ ਚਿਤ ਵਧਾਈ ਰਹੂ ਦਿਨੇ ਰਾਤ। ਚਿੰਤਾ ਹੀ ਚਿਤ ਵਧਾ ਰਹੂ। ਜਿਹਦੇ ਮਨ 'ਚ ਚਿੰਤਾ ਹੈ, ਚਿੰਤਾ ਟਿਖਾ ਬਰਾਬਰ ਹੈ। ਜਿਵੇਂ ਕੋਈ ਟਿਖਾ ਦੇ ਸੇਕ ਨਾਲ ਸੜਦਾ ਹੁੰਦਾ ਹੈ। ਕਿੰਨੇ ਪਦਾਰਥ ਹੋਣ, ਕਿੰਨੀ ਜਾਇਦਾਦ ਹੋਵੇ, ਕਿੰਨੇ ਸੰਪਤ ਹੋਣ, ਇਸ ਪ੍ਰਕਾਰ ਸਦਾ ਚਿੰਤਾ ਚਿਤ ਵਧਾ ਰਹੇ। ਸਹਿਸਾ ਝੋਰਾ ਦੁੱਖ ਕਦੇ ਦੂਰ ਨਹੀਂ ਹੋਣਾ ਪਰਮੇਸ਼ਰ ਦੇ ਨਾਮ ਤੋਂ ਬਿਨਾਂ। ਨਾਨਕ ਬਿਨ ਸਤਿਗੁਰ ਮਤ ਭਵੇ ਸਤਿਗੁਰ ਨੋ ਮਿਲੈ ਤਾਂ ਸਭ ਦੁਖ ਕਮਾਏ। ਬਿਨ ਸਤਿਗੁਰੂ ਤੋਂ ਗੁਰੂ ਨਾਨਕ ਪਾਤਸ਼ਾਹ ਤੀਜੇ ਸਰੂਪ ਕਹਿੰਦੇ ਮਤ ਭਗੀ ਫਿਰੀ ਹੋਈ, ਮਤ ਕਮਲੀ ਬਣੀ ਹੋਈ ਹੈ। ਬਿਨ ਨਾਵੇਂ ਚੱਕ ਕਮਲਾ ਫਿਰੇ। ਸੋ ਗੁਰਮੁਖ ਨਜ਼ਰੀ ਆਇਆ, ਸਤਿਗੁਰ ਨੂੰ ਮਿਲੇ ਤਾਂ ਸਭ ਦੁੱਖ ਕਮਾਏ। ਸਤਿਗੁਰੂ ਦੀ ਪ੍ਰਾਪਤੀ ਹੋਵੇ, ਉਪਦੇਸ਼ ਪ੍ਰਾਪਤ ਹੋਵੇ ਤੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਜਾਵੇ। ਸਦਾ ਸਦਾ ਸੁਖ ਮਹਿ ਰਹਿ ਸੱਚੇ ਮਾਹੇ ਸਮਾਏ। ਉਹਨਾਂ ਨੂੰ ਸਦਾ ਸੁਖ, ਦਿਨੇ ਵੀ ਸੁਖ, ਰਾਤ ਵੀ ਸੁਖ, ਸ਼ਾਂਤੀ ਸੰਤੋਖ ਵਾਲਾ ਸੁਖ, ਸੁਖ ਮਹਿ ਰਹੇ ਤੇ ਸੱਚੇ ਪਰਮੇਸ਼ਰ ਦੇ ਮਾਹੇ ਵਿੱਚ ਸਮਾਏ ਭੇਦ ਹੋਏ ਰਹਿੰਦੇ ਹਨ। ਮਹੱਲਾ ਤੀਜਾ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਕਿਰਪਾ ਕਰਦੇ ਹਨ। ਜਿਨੋ ਪਾਈ ਮੇਦਨੀ ਸੋਈ ਸਾਰ ਕਰੇ। ਇਸ ਪਰਮੇਸ਼ਰ ਕਰਤੇ ਪੁਰਖ ਨੇ ਸਾਰੀ ਮੇਦਨੀ, ਸਾਰੀ ਸ੍ਰਿਸ਼ਟੀ ਜੋ ਪਾਈ ਪੈਦਾ ਕੀਤੀ, ਸਾਨੂੰ ਵੀ ਉਸ ਨੇ ਬਣਾਇਆ ਤੇ ਸਾਰ ਸੰਭਾਲ ਵੀ ਉਹੀ ਕਰਨ ਵਾਲਾ ਕੋਈ ਹੋਰ। ਆਪ ਤੁਧ ਆਪੇ ਸ੍ਰਿਸ਼ਟ ਸਭ ਸ੍ਰਿਸ਼ਟੀ ਆਪੇ ਗੁਣ ਗੋਈ। ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ। ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ। ਗੁਰਮੁਖ ਨਾਨਕ ਆਰਾਧਿਆ ਸਭ ਆਖੋ। ਧੰਨ 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 ਗੁਰ ਸੋਈ। ਪਹਿਲੇ ਵੀ ਧੰਨ, ਹੁਣ ਵੀ ਧੰਨ, ਆਉਣ ਵਾਲੇ ਸਮੇਂ 'ਚ ਵੀ ਧੰਨ। ਕੌਣ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੇ ਵੀ ਸੱਚ। ਕੌਣ ਹੈ ਉਸ ਤੋਂ ਬਿਨਾਂ ਸੱਚ ਸਰੂਪ? ਕੌਣ ਹੈ ਧੰਨ? ਕੌਣ ਹੈ ਕਿਰਪਾ ਕਰਨ ਵਾਲਾ? ਐਵੇਂ ਆਪ ਜੀ ਕਹਿੰਦੇ ਹਨ। ਏਕੋ ਸਿਮਰਾ ਭਾਏ ਰਾਉ ਤਿਸ ਬਿਨ ਅਵਰ ਨਾ ਕੋਏ। ਸਾਡੇ ਭਰਾਵੋ ਇੱਕੋ ਕਰਤੇ ਪੁਰਖ ਨੂੰ ਹੀ ਸਿਮਰੋ ਤੇ ਭਾਏ ਨਾਮ ਪ੍ਰੇਮ ਦਾ ਹੈ। ਪ੍ਰੇਮ ਸਹਿਤ ਸਿਮਰੋ, ਇੱਕੋ ਸਿਮਰੋ ਭਾਏ ਰਹੋ ਭਾਵਨਾ ਸਹਿਤ। ਸਾਡੇ ਭਰਾਵੋ ਮੈਤਰੀ ਭਾਵ ਨੂੰ ਇੱਕ ਦੂਜੇ ਨਾਲ ਮਿਲ ਕੇ, ਇਸ ਬਿਨ ਅਵਰ ਨਾ ਕੋਈ, ਅਵਰ ਹੋਰ ਕੋਈ ਹੈ ਹੀ ਨਹੀਂ। ਖਾਣਾ ਸ਼ਬਦ ਚੰਗਿਆਈਆਂ ਜਿਤ ਖਾਦਾ ਸਦਾ ਤ੍ਰਿਪਤ ਹੋਏ। ਖਾਣਾ ਛਕਣਾ ਤੇ ਪਹਿਲਣਾ ਕੁਝ ਕਰਨਾ ਤੇ ਗੁਰੂ का ਸ਼ਬਦ, ਗੁਰੂ का ਹੁਕਮ, ਗੁਰੂ का ਉਪਦੇਸ਼। ਉਹ ਸਰੀਰ ਤਾਂ ਹੈ ਹੀ ਨਹੀਂ ਸ਼ਬਦ ਰੂਪ, ਇਹ ਨਾਮ ਰੂਪ। ਤੇ ਜੇ ਨਾਮ ਨਹੀਂ, ਸ਼ਬਦ ਨਹੀਂ, ਉਪਦੇਸ਼ ਨਹੀਂ ਤੇ ਬੇਸ਼ੱਕ ਸਰੀਰ ਨੂੰ ਸਰੀਰ ਸੁਹਾਈ ਚੱਲੋ, ਫਸਾਈ ਚੱਲੋ, ਉਹ ਪਾਰਸ ਤਾਂ ਹੈ ਹੀ ਨਹੀਂ ਵੀ ਸੋਨਾ ਬਿਨਾ ਦਊ। ਗਿਆਨ ਨਹੀਂ ਹੋਣਾ, ਸ਼ਬਦ ਦੁਆਰਾ ਹੀ ਹੋਣਾ। ਸ਼ਬਦ ਗੁਰ ਪੀਰਾ ਕਹਿਰ ਗੰਜਾ ਦਿਨ ਸ਼ਬਦੇ ਜਗ ਬਉ ਰਾਨੰ। ਜਿਨੇ ਗੁਰੂ का ਸ਼ਬਦ ਲਿਆ ਨਹੀਂ, ਉਪਦੇਸ਼ ਲਿਆ ਨਹੀਂ, ਸ਼ਬਦ ਕਮਾਇਆ ਨਹੀਂ, ਸ਼ਬਦ ਸੁਣਿਆ ਨਹੀਂ, ਉਹ ਬੌਰਾ ਪਾਸਲੀ ਤੁਰਿਆ ਫਿਰਦਾ ਹੈ। ਖਾਣਾ ਵੀ ਤੇ ਪਹਿਨਣਾ ਵੀ ਸਭ ਗੁਰੂ का ਸ਼ਬਦ ਹੀ। ਖਾਣਾ ਸ਼ਬਦ ਚੰਗਿਆਈਆਂ, ਚੰਗੇ ਸ੍ਰੇਸ਼ਟ ਗੁਣ ਜਿਤ ਖਾਦੇ ਸਦਾ ਤ੍ਰਿਪਤ ਹੋਏ। ਤ੍ਰਿਪਤੀ ਆ ਜਾਂਦੀ ਹੈ, ਸੰਤੋਖ ਆ ਜਾਂਦਾ, ਆਨੰਦ ਆ ਜਾਂਦਾ ਹੈ। ਤੈਨਣ ਸਿਫਤ ਸੁਨਾਈ ਹੈ ਸਦਾ ਸਦਾ ਉਹ ਉਜਲਾ ਮੈਲਾ ਕਦੇ ਨਾ ਹੋਏ। ਪਹਿਨਣੇ ਆ ਨਾ ਬਸਤਰ ਆਦਿ ਵੀ ਇਹ ਸਿਫਤ ਸੁਨਾਈ ਹੈ ਪਰਮੇਸ਼ਰ ਦੀ। ਇਹੀ ਬਸਤਰ ਪਹਿਨਣੇ ਸਦਾ ਸਦਾ ਉਜੜਾ। ਇਹ ਬਸਤਰ ਕਦੇ ਮੈਲੇ ਨਹੀਂ ਹੋਣ ਵਾਲੇ। ਸਿਆਹੀ ਬਸਤਰ ਤਾਂ ਮੈਲੇ ਹੋ ਜਾਂਦੇ ਹੈ। ਸਰੀਰ ਰੂਪੀ ਕੱਪੜਾ ਵੀ ਸਿਰ ਜਾਂਦਾ, ਇਹ ਉਜੜਾ ਹੀ ਰਹੇਗਾ, ਮੈਲਾ ਕਦੇ ਨਾ ਹੋਵੇ।
ਇਸ ਪ੍ਰਕਾਰ ਆਪ ਜੀ ਕਿਰਪਾ ਕਰਦੇ ਹਨ। ਸਹਜੇ ਸਜ ਧਨ ਖਟਿਆ ਥੋੜਾ ਕਦੇ ਨਾ ਹੋਏ। ਸਹਿਜ ਅਵਸਥਾ ਦੀ ਪ੍ਰਾਪਤੀ ਹੋਈ ਹੈ, ਟਿਕਾ ਵਾਲੀ ਅਵਸਥਾ ਦੀ ਪ੍ਰਾਪਤੀ ਹੋਈ ਹੈ। ਸਹਿਜੇ ਸਹਿਜੇ ਸੱਚ ਰੂਪੀ ਧਨ ਖਟਿਆ ਹੈ, ਬੁੱਧੀ ਰੂਪੀ ਪੱਲੇ ਵਧਾ ਹੈ। ਇਹ ਕਦੇ ਥੋੜਾ ਨਹੀਂ ਹੋਵੇਗਾ, ਕਦੇ ਮੁੱਕੇਗਾ ਨਹੀਂ। ਜਿਹੜੇ ਰਾਤ ਇਹਦੀਆਂ ਭਾਵ ਸ਼ਕਤੀਆਂ ਵੱਧਦੀਆਂ ਜਾਣਗੀਆਂ, ਬਖਸ਼ਾਂ ਵੱਧਦੀਆਂ ਜਾਣਗੀਆਂ, ਕਿਰਪਾ ਹੁੰਦੀ ਜਾਵੇਗੀ। ਇਸ ਪ੍ਰਕਾਰ ਕਹਿੰਦੇ ਹਨ, ਦੇਹੀ ਨੂੰ ਸ਼ਬਦ ਸੀਗਾਰ ਹੈ ਜਿਤ ਸਦਾ ਸਦਾ ਸੁਖ ਹੋਏ। ਇਸ ਦੇਹੀ ਨੂੰ ਤਥਾ ਸਰੀਰ ਨੂੰ ਗੁਰੂ ਸ਼ਬਦ ਦਾ ਸ਼ਿੰਗਾਰ, ਗੁਰੂ ਨਿਰੰਕਾਰ ਕਾਲ ਪੁਰਖ ਪਹਿਲੇ ਵੀ ਸ਼ਬਦ ਸੀ ਤੇ ਹੁਣ ਵੀ ਸ਼ਬਦ ਤੇ ਗਾਂ ਵੀ ਸ਼ਬਦ ਸਰੂਪ ਹੀ ਹੋਵੇ। ਵਕਾਰ ਵਜੂਦ ਸਰੀਰ ਦੀ ਲੋੜ ਨਹੀਂ। ਸੋ ਦੇਹੀ ਨੂੰ ਸ਼ਬਦ ਸ਼ਿੰਗਾਰ, ਸ਼ਬਦ ਦਾ ਸ਼ਿੰਗਾਰ ਬਣਾਉਣਾ ਕਰੋ, ਜਦ ਸਦਾ ਸਦਾ ਸੁਖ ਹੋਏ, ਸੁਖ ਸ਼ਾਂਤੀ ਸੰਤੋਖ ਬਣਿਆ ਰਹੇ। ਨਾਨਕ ਗੁਰਮੁਖ ਪੁੱਜਿਆ ਜਿਸਨੋ ਆਪ ਵਿਖਾਲੇ ਸੋਏ। ਇਸ ਗੱਲ ਨੂੰ ਗੁਰਮੁਖਾਂ ਨੇ ਗੁਰੂ ਨੂੰ ਮੁੱਖ ਰੱਖ ਕੇ ਬੁੱਝਿਆ ਤਥਾ ਸਮਝਣਾ ਕੀਤਾ ਹੈ। ਜਿਸ ਨੂੰ ਆਪ ਵਿਖਾਲੇ, ਜਬ ਦ੍ਰਿਸ਼ਟੀ ਖੋਲ ਦੇਵੇ, ਅੰਦਰ ਗਿਆਨ ਹੋ ਜਾਵੇ, ਦਿਸ ਪਵੇ ਕਿ ਸ਼ਬਦ ਤੋਂ ਬਿਨਾਂ ਤਾਂ ਕੁਝ ਵੀ ਨਹੀਂ, ਸਭ ਐਵੇਂ ਤਾਂ ਦੁਨੀਆ ਦੇ ਕੂੜ ਇਕੱਠਾ ਹੋਇਆ ਹੈ। ਇਹ ਮਿੱਟੀ ਦਾ ਢੇਰੀ, ਐਵੇਂ ਕਹਿੰਦੇ ਹਨ। ਪੌੜੀ ਅੰਤਰ ਜਪ ਤਬ ਸੰਜਮੋ ਗੁਰ ਸ਼ਬਦੀ ਜਾਪੈ। ਪੌੜੀ ਉਚਾਰ ਕੇ ਸ਼ਲੋਕ ਦਾ ਭੋਗ ਪਾਉਂਦੇ ਹਨ ਤੇ ਕਿਰਪਾ ਕਰ ਅੰਤਰ ਅੰਦਰ ਜਪ ਤਪ ਸੰਜਮ ਸਰੀਰ ਕਿੰਤੀਆਂ ਦਾ। ਅੱਖਾਂ ਆਪ ਮੁਹਾਰੀਆਂ ਨਹੀਂ, ਜਿੱਧਰ ਮਰਜੀ ਵੇਖ ਜਾਣ, ਕੰਟਰੋਲ 'ਚ ਰੱਖ। ਤੇ ਕੰਨ ਆਪ ਮੁਹਾਰੇ ਨਹੀਂ ਵੀ ਮਰਜੀ ਨਾਲ ਹੀ ਕੁਝ ਸੁਣੀ ਜਾਣ, ਨਹੀਂ ਸੰਜਮ 'ਚ ਰੱਖਣੇ ਆ। ਰਸਨਾ ਹਰ ਵਸਤੂ ਨਹੀਂ ਖਾ ਸਕਦੀ, ਹਰ ਵਸਤੂ ਨਹੀਂ ਬੋਲ ਸਕਦੀ। ਸਰੀਰ ਦੀ ਚਮੜੀ ਹਰ ਥਾਂ ਤੇ ਸਪਰਸ਼ ਨਹੀਂ ਕਰ ਸਕਦੀ, ਸੰਜਮ 'ਚ ਰੱਖੇ। ਇਹਨੂੰ ਸੰਜਮ ਕਹਿੰਦੇ। ਅੰਦਰ ਜਪ ਤਾਪ ਤੇ ਉਹਦੀ ਸ਼ਕਤੀ ਨਾਲ ਸੰਜਮ ਸਰੀਰ ਕਿੰਤਰੀਆਂ ਦਾ। ਤੋ ਗੁਰ ਸ਼ਬਦੀ ਜਾਪੈ, ਗੁਰੂ ਸ਼ਬਦੀਆਂ ਉਪਦੇਸ਼ ਗ੍ਰਹਿਣ ਕਰਨ ਵਾਲਿਆਂ ਨੂੰ ਜਾਪੇ ਜਾਣਿਆ ਜਾਂਦਾ ਹੈ। ਹਰ ਹਰ ਨਾਮ ਧਿਆਈਐ ਹਉਮੈ ਅਗਿਆਨ ਗਵਾਪੈ। ਜਿਨ੍ਹਾਂ ਹਰਿਆਂ ਭਰਿਆਂ ਕਰਨ ਵਾਲੇ, ਆਹਾਰ ਦੇਣ ਵਾਲੇ ਹਰੀ ਦਾ ਨਾਮ ਧਿਆਇਆ ਹੈ। ਕਿ ਧਿਆਇਆ ਵੀ ਮਨ ਬਾਣੀ ਸਰੀਰ ਕਰਕੇ, ਕਿਸੇ ਨੂੰ ਵਿਖਾਉਣ ਵਾਸਤੇ ਨਹੀਂ, ਮੁੱਲ ਮੰਗਣ ਵਾਸਤੇ ਨਹੀਂ। ਤੇ ਹਉਮੈ ਤੇ ਅਗਿਆਨ ਗਵਾਪੇ, ਗਵਾਚ ਗਿਆ, ਦੂਰ ਚਲੇ ਗਿਆ, ਖੁੱਸ ਗਿਆ, ਨਾਸ ਹੋ ਗਿਆ ਤੇ ਗਿਆਨ ਦਾ ਚਾਨਣ ਹੋ ਗਿਆ। ਅੰਦਰ ਅੰਮ੍ਰਿਤ ਭਰਪੂਰ ਹੈ ਚਾਖਿਆ ਸਾਧ ਜਾਪੈ। ਉਹਨਾਂ ਨੂੰ ਬਾਹਰੋਂ ਲੱਭਣ ਜਾਣ ਦੀ ਲੋੜ ਨਹੀਂ, ਅੰਦਰ ਹੀ ਅੰਮ੍ਰਿਤ ਆ ਨਿਰਤ ਮੌਤ ਤੋਂ ਰਹਿਤ ਕਰ। ਪਰਮੇਸ਼ਰ ਦਾ ਨਾਮ ਕਰਤੇ ਦੀ ਜੋਤ ਭਰ ਕੇ ਪੂਰੀ ਹੈ, ਅਧੂਰੀ ਨਹੀਂ। ਉਹਨਾਂ ਉਹਦੇ ਰਸ ਅੰਮ੍ਰਿਤ ਨੂੰ ਚੱਖ ਲਿਆ ਤੇ ਉਹ ਸਵਾਦ ਨੂੰ ਜਾਪੇ ਜਾਣ ਲਿਆ। ਸਾਧ ਆਇਆ ਤਨ ਹਰ ਜਨਾ ਚੱਖ ਸਾਧੀ ਦਿੱਤਾ। ਉਹਦਾ ਕਿੰਨਾ ਕੁ ਸਵਾਦ, ਕਿੰਨਾ ਕੁ ਆਨੰਦ। ਸ਼ੱਕਰ ਖੰਡ ਨਿਵਾਸ ਗੁੜ ਬਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਇਸ ਤੋਂ ਵੱਧ ਪ੍ਰਾਪਤੀ ਹੋਈ। ਜਨ ਚਾਖਿਆ ਸੀ ਨਿਰਭਉ ਭਏ, ਸੇ ਹਰ ਰਸ ਧਰਾਪੈ। ਜਿਨ੍ਹਾਂ ਉਸਦੇ ਨਾਮ ਰਸ ਨੂੰ, ਸ਼ਬਦ ਦੇ ਰਸ ਨੂੰ ਚਖਿਆ ਤੇ ਭਉ ਤੋਂ ਨਿਰਭਉ, ਭੈ ਤੋਂ ਰਹਿਤ ਹੋਏ। ਕਿਤਨਾ ਹੋਏ? ਨਿਰਭਉ ਜਪੇ ਸਗਲ ਭਉ ਮਿਟੇ। ਗੁਰੂ ਕਿਰਪਾ ਨਾਲ ਨਿਰਭਉ ਨੂੰ ਜਪ ਕੇ ਭਉ ਤੋਂ ਰਹਿਤ। ਸੋ ਭੈ ਹਰ ਰਸ ਧਰਾਪ, ਹਰੀ ਦੇ ਨਾਮ ਦੇ ਰਸ ਨਾਲ ਧਰਾਪੇ, ਉਹ ਰੱਜ ਕੇ ਭਰਪੂਰ ਹੋਏ ਹਨ। ਹਰ ਕਿਰਪਾ ਧਾਰ ਪੀ ਆਇਆ, ਫਿਰ ਕਾਲ ਨਾ ਵਿਆਪੈ। ਹਰੀ ਦੀ ਕਿਰਪਾ ਉਹਨੇ ਧਾਰੀ ਬਖਸ਼ ਕੀਤੀ ਤੇ ਪੀ ਆਇਆ ਨਾਮ ਦਾ ਰਸ। ਆਪ ਪੀਤਾ ਤੇ ਦੂਜਿਆਂ ਨੂੰ ਪਿਆਇਆ, ਮੁੱਕਣ ਵਾਲਾ ਤਾਂ ਹੈ ਹੀ ਨਹੀਂ। ਹਰ ਕਿਰਪਾ ਧਾਰ ਪੀ ਆਇਆ, ਫਿਰ ਕਾਲ ਨਾ ਵਿਆਪੈ। ਜਿਹੜਾ ਕਾੜ ਬੜਾ ਬਦੀ ਹੈ, ਹਰ ਇੱਕ ਨੂੰ ਮਾਰੀ ਜਾਂਦਾ ਹੈ, ਛੱਡਦਾ ਹੀ ਕਿਸੇ ਨੂੰ ਨਹੀਂ। ਉਹਨਾਂ ਨੂੰ ਨਹੀਂ ਵਿਆਪਦਾ, ਕਾਲ ਨੇੜੇ ਨਹੀਂ ਆਉਂਦਾ, ਕਾਲ ਦੀ ਵਾਹ ਪੇਸ਼ ਨਹੀਂ ਚੱਲਦੀ। ਇਸ ਪ੍ਰਕਾਰ ਕਿਰਪਾ ਕਰਦੇ ਹਨ। ਸ਼ਲੋਕ ਮਹੱਲਾ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸ਼ਲੋਕ ਅੰਦਰ। ਲੋਕ ਅਵਗੁਣਾ ਕੀ ਬੰਨੈ ਗਾਂਠੜੀ, ਗੁਣ ਨਾ ਵਿਹਾਜੈ ਕੋਇ। ਗੁਰਮੁਖੋ ਸਾਰੀ ਸ੍ਰਿਸ਼ਟੀ, ਸਾਰੀ ਧਰਤੀ ਗੁਣਾਂ ਤੇ ਔਗੁਣਾਂ ਨਾਲ ਭਰੀ ਪਈ। ਗੁਣ ਅਵਗੁਣ ਸਭ ਦਿਖੇ ਹਨ, ਇਨ ਬਿਨ ਜੰਤ ਨਾ। ਗੁਣ ਦੇ ਨਾਰੀ ਚੀਜ ਮੈਂ ਇਨਮੇ ਲੀਜੇ, ਕੋਈ ਆਰ ਪੰਗਤੀਏ। ਸੋਨਾ ਜੇ ਖੀਜ ਮੈਂ ਦਿਖ ਮੈਂ ਅੰਮ੍ਰਿਤ ਹੋਈ।
ਜੇ ਸੋਨਾ ਬਹੁਤ ਕੀਮਤੀ ਚਿੱਕੜ 'ਚ ਪਿਆ ਤੇ ਲਿਪੜਨ ਦਾ ਖਤਰਾ ਨਹੀਂ, ਕੱਢ ਲੈਣਾ ਚਾਹੀਦਾ ਤੇ ਚਿੱਕੜ ਕੱਢ ਦੇਣਾ ਚਾਹੀਦਾ। ਸੋ ਸੋਨਾ ਜੇ ਕੀਜ ਮੈਂ ਵਿਖਵੇਂ ਅੰਮ੍ਰਿਤ ਹੋਏ, ਗੁਣ ਜੇ ਨਾਰੀ ਨੀਜ ਮੈਂ। ਜੇ ਸ੍ਰੇਸ਼ਟ ਗੁਣ ਕਿਸੇ ਭਾਵੀ ਬੀਬੀ ਕੋਲ ਹੋਵੇ, ਨਾਰੀ ਇਸਤਰੀ ਕੋਲ ਹੋਵੇ, ਚੀਜ਼ ਜਾਤੀ ਵਾਲੇ ਕੋਲ ਵੀ ਹੋਵੇ ਤਾਂ ਲੈ ਲੈਣਾ ਚਾਹੀਦਾ। ਮੰਗ ਕੇ ਲੈ ਲਓ, ਖੋਹ ਕੇ ਲੈ ਲਓ, ਮੁੱਲ ਲੈ ਲਓ, ਗੁਣ ਤੇ ਗੁਣ ਵਿਹਾਜੀ ਹੈ। ਜਿਸ ਤਰ੍ਹਾਂ ਵੀ ਮਿਲੇ ਗੁਣ ਲੈ ਲੈਣਾ ਚਾਹੀਦਾ ਤੇ ਔਗੁਣ ਛੱਡ ਦੇਣੇ ਚਾਹੀਦੀ ਹੈ। ਇਸ ਪ੍ਰਕਾਰ ਜਿਵੇਂ 4 ਕਿਲੋ ਦੁੱਧ ਵਿੱਚ ਪਾਈਆ ਪਾਣੀ ਵਿੱਚ ਪਾਈਆ ਕਿ ਦੁੱਧ ਪਾਇਆ ਉਹ ਲੱਸੀ ਬਣ ਜਾਂਦੀ ਹੈ। ਤੇ ਹੰਸ ਜਾਨਵਰ ਨੂੰ ਗਿਆਨ ਹੈ, ਉਹ 4 ਕਿਲੋ ਪਾਣੀ ਨਹੀਂ ਪੀਂਦਾ, ਆਪਣੀ ਚੁੰਝ ਉਹਦੇ ਵਿੱਚ ਪਾਉਂਦਾ, ਕੁਝ ਮਿੰਟ ਚੁੰਝ 'ਚ ਖਟਿਆਈ ਹੁੰਦੀ ਹੈ, ਉਹ ਦੁੱਧ ਤਾਂ ਫੁੱਟ ਜਾਂਦਾ ਤੇ ਫੁੱਟੀਆਂ ਚੁਣ ਲੈਂਦਾ ਤੇ ਪਾਣੀ ਛੱਡ ਦਿੰਦਾ। ਅਸੀਂ ਕੀ ਕਰਦੇ ਹਾਂ, ਪਾਣੀ ਪੀਂਦੇ ਹਾਂ, ਦੁੱਧ ਛੱਡ ਦਿੰਦੇ। ਹੈ ਤੇ ਗੁਣ ਔਗੁਣ ਸਾਰਿਆਂ ਤੇ ਪਰ ਇਸ ਪ੍ਰਕਾਰ ਮਿਲੇ ਹੋਏ। ਜਿੱਥੇ ਗੁਣ ਮਿਲਦੇ ਗੁਣ ਗ੍ਰਹਿਣ ਕਰੋ, ਔਗੁਣ ਕਿਸੇ ਦੇ ਵੇਖੋ ਹੀ ਨਾ। ਪਰ ਹਜ਼ੂਰ ਅਮਰਦਾਸ ਦੇ ਲੋਕ ਆਮ ਬਹੁ ਗਿਣਤੀ ਦੁਨੀਆ ਦੇ ਪਰਮੇਸ਼ਰ ਦੇ ਪਿਆਰਿਆਂ ਮਹਾਤਮਾ ਤੋਂ ਬਿਨਾਂ ਔਗੁਣਾਂ ਦੀ ਗੰਠੜੀ ਪੰਡ ਬਣ ਲੈਂਦੇ, ਚੁਣ ਚੁਣ ਕੇ ਔਗੁਣ ਇਕੱਠੇ ਕਰਦੇ। ਤੇ ਸਾਡੇ 'ਚ ਵੀ ਔਗੁਣ ਹੀ ਆਉਣਗੇ। ਯਾਦ ਰੱਖੋ ਸਾਰੇ ਵੀਰ ਮਾਈ ਪਈ ਪੰਗਤੀ, ਲੋਕ ਅਵਗੁਣਾ ਕੀ ਬਣਨੇ ਗੰਤੀ ਪੰਡ, ਗੁਣ ਨਾ ਵਿਹਾਜੇ, ਗੁਣ ਨਹੀਂ ਖਰੀਦਦੇ, ਗੁਣ ਨਹੀਂ ਗ੍ਰਹਿਣ ਕਰਦੇ। ਇਹੋ ਜੀ ਹਾਲਾਤ ਬਣੀ ਹੋਈ ਹੈ। ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ। ਗੁਣਾਂ ਦਾ ਗਾਹਕ ਭਾਵੇਂ ਦੁਨੀਆ ਤੇ ਵਿਰਲੇ ਵਿਰਲੇ ਨੇ, ਬਹੁਤ ਲੋਕ ਔਗੁਣਾਂ ਦੇ ਮਗਰੀ ਭੱਜੇ ਫਿਰਦੇ ਨੇ। ਸਤਿਗੁਰੂ ਜੀ ਕਿਰਪਾ ਕਰਿਓ, ਸਾਨੂੰ ਗੁਣ ਬਖਸ਼ੋ, ਔਗੁਣ ਸਾਡੇ ਨਾਸ਼ ਕਰ ਦਿਓ, ਖਤਮ ਕਰ ਦਿਓ। ਚੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹੰਭਾਰੇ, ਦਇਆ ਕਰੋ ਖੇੜ ਉਪਾਵੋ, ਡੁੱਬਦੇ ਪੱਥਰ ਤਾਰੇ। ਡੁੱਬਦੇ ਪੱਥਰ ਤਾਰਨ ਵਾਲੇ ਹੋ ਪਾਣੀ ਤੋਂ, ਅਸੀਂ ਵੀ ਔਗੁਣਾਂ ਦੇ ਭਰੇ ਹੋਏ ਹਾਂ, ਸਾਡੇ ਔਗੁਣ ਖਤਮ ਕਰ ਦਿਓ, ਗੁਣਾਂ ਨਾਲ ਸਾਝ ਪੈ ਜਾਵੇ, ਗੁਣਾਂ ਦੀ ਪ੍ਰਾਪਤੀ ਹੋ ਜਾਵੇ। ਗੁਰ ਪ੍ਰਸਾਦੀ ਗੁਣ ਪਾਈਨ ਜਿਸਨੂੰ ਨਜ਼ਰ ਕਰੇ। ਗੁਰ ਸਭ ਤੋਂ ਵੱਡਾ ਹੈ, ਕੋਹ ਤੇਰੇ ਦੂਰ ਕਰਨ ਵਾਲਾ ਹੈ, ਰੂਪ ਪ੍ਰਕਾਸ਼ ਕਰਨ ਵਾਲਾ ਹੈ, ਗੁਰ ਦੱਸਣ ਵਾਲਾ ਹੈ। ਪ੍ਰਸਾਦੀ ਕਿਰਪਾ, ਉਸ ਦੀ ਕਿਰਪਾ ਬਖਸ਼ ਹੋਏ ਤੇ ਗੁਣ ਪਾਈ ਹੈ, ਗੁਣਾਂ ਦੀ ਪ੍ਰਾਪਤੀ ਹੋਵੇ, ਗੁਣਾਂ ਨਾਲ ਸਾਂਝ ਹੋਵੇ। ਹੁਣ ਗੁਰੂ ਚਰਨਾਂ 'ਚ ਆਓਗੇ ਤੇ ਔਗਣ ਤੇ ਕੋਈ ਲੱਭਣਾ ਨਹੀਂ। ਗੋਣੀ ਗੁਣ, ਗੋਣੀ ਪੜ੍ਹਨੇ, ਗੋਣੀ ਸੁਣਨੇ ਤੇ ਗੋਣੀ ਹਿਰਦੇ 'ਚ ਵਸਾਉਣੀ। ਜਿਸ ਨੂੰ ਨਦਰ ਕਰੇ, ਕਦਰ ਕਰੇ, ਮਿਹਰ ਕਰੇ, ਕਿਰਪਾ ਕਰੇ, ਉਸ ਨੂੰ ਸਵਾਦ ਆਉਂਦਾ। ਦੂਜੇ ਨੂੰ ਕਿਵੇਂ ਆਉਂਦਾ? ਦੂਜੇ ਵਾਸਤੇ ਤੇ ਰੌਲਾ ਹੀ ਹੈ, ਅੱਖਾਂ ਨਹੀਂ। ਆਤਮਾ ਪ੍ਰਮਾਣ ਦਿਆ ਕਰਦੇ, ਜਿਵੇਂ ਕੋਈ ਕੀੜੀਆਂ ਲਿੱਦ ਫੁੱਲਣ ਲੱਗੀਆਂ ਸੀ ਤੇ ਕੋਈ ਕੀੜੀ ਪਾਸੇ ਚਲੀ ਗਈ, ਉਹਨੂੰ ਬਹੁਤੀ ਮਿਸ਼ਰੀ ਮਿਲੀ। ਉਹ ਦੂਜਿਆਂ ਨੂੰ ਜਾ ਕੇ ਕਹਿੰਦੀ ਬਹੁਤ ਮਿੱਠੀ ਸਵਾਦਾਇਕ ਮਿਸ਼ਰੀ ਹੈ, ਸੱਚੋ ਲਿੱਦ ਫੁੱਲਣ ਲੱਗੀਆਂ, ਆਓ ਤੁਹਾਨੂੰ ਮਿਸ਼ਰੀ ਖਵਾ। ਉਹ ਜਦੋਂ ਉਹਦੇ ਨਾਲ ਆਈਆਂ ਤੇ ਮੂੰਹ ਵਿੱਚ ਅੱਗੇ ਲੈਤੀ ਸੀ, ਸਵਾਦ ਕੋਈ ਨਾ ਆਇਆ, ਬੁਰਾ ਭਲਾ ਕਹਿਣ ਲੱਗੀ। ਸਿਆਣੀ ਸੀ, ਗੁੱਸਾ ਨਾ ਕੀਤਾ ਵੀ ਇਹ ਵੱਸ ਦੀ ਗੱਲ ਨਹੀਂ, ਇਹਨਾਂ ਨੂੰ ਸਵਾਦ ਨਹੀਂ ਆਇਆ। ਇਹਨਾਂ ਪਹਿਲੇ ਦਿਨ ਮੂੰਹ ਮਾਰੇ। ਕਹਿੰਦੀਆਂ ਬਚਨ ਮੰਨੋ ਤੇ ਪਹਿਲਾਂ ਮੂੰਹ ਧੋਵੋ ਪਾਣੀ ਤੋਂ ਤੇ ਫਿਰ ਆਇਓ। ਫਿਰ ਲੈ ਕੇ ਆਈ, ਫਿਰ ਸਵਾਦ ਆਇਆ, ਫਿਰ ਧੰਨਵਾਦ ਕਰਨ ਲੱਗੀ। ਜਿਹੜਾ ਕੋਈ ਭੋਲ ਭੁਲੇਖੇ ਪਹਿਲੀ ਵਾਰੀ ਆਉ ਨਾ ਸੰਗਤ ਵਿੱਚ ਤੇ ਕਹਿਣਾ ਭਾਈਆਂ ਦਾ ਤਾਂ ਕੰਮ ਹੀ ਇਹ ਹੋਇਆ, ਹੋਏ ਏਦਾਂ ਹੀ ਆਖੀ ਜਾਣਾ, ਇਹ ਤਾਂ ਗੱਲਾਂ ਹੀ ਕਰੀ ਜਾਂਦੇ, ਹੋਰ ਕੀ ਸਵਾਦ ਨਹੀਂ। ਪਰ ਜਦੋਂ ਸਵਾਦ ਆ ਜਾਵੇ ਤੇ ਫਿਰ ਉਹ ਸਵਾਦ ਛੱਡ ਨਹੀਂ ਸਕਦੇ। ਕਿਉਂ? ਉਹ ਸਵਾਦ ਹੋਰ ਕਿਤੇ ਦੁਨੀਆ ਤੋਂ ਆਉਣਾ ਹੀ। ਇਸ ਪ੍ਰਕਾਰ ਸਾਧ ਆਇਆ ਤਿੰਨ ਹਰ ਜਨਾ, ਹਰਿ ਦੇ ਜਨਾਂ ਨੂੰ ਸਵਾਦ ਆਉਂਦਾ। ਚੱਖ ਸਾਰੀ ਗੁਣ ਅਵਗੁਣ, ਇਸ ਪ੍ਰਕਾਰ ਆਪ ਜੀ ਕੇ ਵਿਹਾਜੇ ਵਿਰਲੇ ਵਿਰਲੇ ਖਰੀਦਦੇ ਹਨ। ਗੁਣ ਅਵਗੁਣ ਸਮਾਨ ਹੈ ਜੇ ਆਪ ਕੀਤੇ ਕਰਤਾਰ। ਸੋ ਗੁਣ ਕਾ ਗਾਹਕ ਨਾਨਕਾ ਵਿਰਲਾ ਪਾਏ ਕੋਏ। ਗੁਣ ਅਵਗੁਣ ਸਮਾਨ ਹੈ, ਇੱਕ ਸਮਾਨ ਹਨ ਗੁਣ ਵੀ ਤੇ ਅਵਗੁਣ ਵੀ। ਸੋ ਦੁਨੀਆ ਵਿੱਚ ਰਲੇ ਮਿਲੇ ਹੀ ਹਨ। ਨਾਨਕ ਹੁਕਮ ਮੰਨਿਆ ਸੁਖ ਪਾਈਆ, ਗੁਰ ਸਬਦੀ ਵਿਚਾਰ। ਜਿਨ੍ਹਾਂ ਨੇ ਪਰਮੇਸ਼ਰ ਦੇ ਹੁਕਮ ਨੂੰ ਮੰਨ ਲਿਆ, ਗੁਣ ਅਵਗੁਣ ਸਮਾਨ ਹੈ। ਆਪ ਕੀਤੇ ਕਰਤਾਰ, ਪਰਮੇਸ਼ਰ ਨੇ ਪੈਦਾ ਕੀਤੇ ਗੁਣੀ ਪੁਰਖ ਵੀ ਔਗੁਣੀ ਪੁਰਖ ਵੀ ਦੁਨੀਆ ਤੇ। ਨਾਨਕ ਹੁਕਮ ਮੰਨਿਆ ਸੋ ਪਾਈਆਂ ਨਜ਼ਰ ਕਰੇ, ਨਜ਼ਰ ਮਿਹਰ ਕਿਰਪਾ ਕਰੇ। ਨਾਨਕ ਹੁਕਮ ਮੰਨਿਆ ਸੁਖ ਪਾਈਐ, ਗੁਰ ਸ਼ਬਦੀ ਵਿਚਾਰ। ਗੁਰੂ ਕੇ ਪਿਆਰਿਆਂ ਗੁਰੂ ਸ਼ਬਦ ਦੀ ਹੁਕਮ ਦੀ ਵਿਚਾਰ ਕੀਤੀ, ਹੁਕਮ ਮੰਨਿਆ ਤੇ ਸੁਖ ਪਾਇਆ, ਪ੍ਰਾਪਤ ਕੀਤਾ।
ਕੀਤਾ। ਪੌੜੀ ਅੰਦਰ ਰਾਜਾ ਤਖਤ ਹੈ ਆਪੇ ਕਰੇ ਨਿਆਉ। ਅੰਦਰ ਬੈਠਾ ਤਖਤਾਂ ਦਾ ਮਾਲਕ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇ ਉਪਮਹਾਰ। ਇਹਦੀ ਉਪਮਾ ਕਾਗਜ਼ ਦੇ ਲਿਖਣ ਤੋਂ ਬਾਹਰੀ ਹੈ, ਰਸਨਾ ਦੇ ਕਹਿਣ ਤੋਂ ਬਾਹਰੀ ਹੈ। ਸਾਰ ਸਮੁੰਦੈ ਬਸ ਕਰੋ ਕਲਮ ਕਰੋ ਬੰਦ ਰਾਏ, ਬਸਤਾ ਕਾਗਜ਼ ਜੋ ਕਰੋ ਹਰ ਜਸ ਲਿਖਣ ਨਾ ਚਾਹੇ। ਉਹ ਅੰਦਰ ਰਾਜਾ ਬੈਠਾ ਨਿਆਂਕਾਰੀ ਪਰਮੇਸ਼ਰ ਹੈ। ਅੰਦਰ ਰਾਜਾ ਤਖਤ ਹੈ, ਅੰਦਰ ਹੀ ਉਹਦਾ ਸੱਚਾ ਤਖਤ ਹੈ। ਆਪੇ ਨਜ਼ਰ ਕਰੇ ਮਿਹਰ ਕਿਰਪਾ ਕਰਦਾ ਹੈ। ਆਪੇ ਕਰੇ ਨਿਆਉ। ਆਪ ਹੀ ਨਿਆਂ ਕਰਨ ਵਾਲਾ ਹੈ। ਸੱਚ ਤੇ ਭਾਵ ਝੂਠ ਦਾ ਨਿਬੇੜਾ ਕਰਨ ਵਾਲਾ ਹੈ। ਗੁਰ ਸਾਹਿਬ ਦੀ ਦਰ ਜਾਣੀਏ ਅੰਦਰ ਮਹਿਲ ਅਸਰਾਉ। ਗੁਰ ਸਭ ਤੋਂ ਵੱਡੇ ਦੇ ਸ਼ਬਦ ਉਪਦੇਸ਼ ਦੁਆਰਾ ਉਹਦੇ ਦਰ ਤੇ ਜਾਣੀਏ ਜਾਣੇ ਜਾਂਦੇ ਨੇ। ਅੰਦਰ ਮਹਿਲ ਸਰੂਪ ਦੀ ਅਸਰਾਉ ਆਸਰਾ ਥਾਂ ਪ੍ਰਾਪਤ ਹੁੰਦਾ ਹੈ। ਕਰੇ ਪਰਖ ਖਜ਼ਾਨੇ ਪਾਈਨ ਖੋਟਿਆ ਨਹੀਂ ਤਾਉ। ਜਿਹੜੇ ਖਰੇ ਹਨ ਡਾਢੇ ਹਨ ਰਲ ਗੱਡ ਤੋਂ ਰਹਿਤ ਹਨ, ਉਹ ਪੜ੍ਹ ਕੇ ਸਰੂਪ ਰੂਪੀ ਖਜ਼ਾਨੇ ਵਿੱਚ ਦਾਖਲ ਕਰ ਲੈ ਜਾਣ ਤੇ ਖੋਟੇ ਸੱਟੀਏ ਬਾਰ-ਬਾਰ। ਖੋਟਿਆਂ ਨੂੰ ਕੋਈ ਥਾਂ ਨਹੀਂ। 84 ਭੋਗਣ ਭੇਜ ਦਿੱਤੇ ਜਾਂਦੇ ਨੇ। ਇਸ ਪ੍ਰਕਾਰ ਆਪ ਜੀ ਕਹਿੰਦੇ ਖਰੇ ਪਰਖ ਖਜ਼ਾਨੇ ਪਾਈਨ ਖੋਟਿਆਂ ਨਹੀਂ। ਜਿਨ੍ਹਾਂ ਦੇ ਮਨ ਅੰਦਰ ਖੋਟ ਹੈ, ਜਿਨ ਮਨ ਹੋਰ ਮੁਖ ਹੋਰ ਤੇ ਕਾਢੇ ਕੱਟਿਆ, ਇਸ ਪ੍ਰਕਾਰ ਉਹਨਾਂ ਨੂੰ ਥਾਂ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਸਭ ਸੱਚੂ ਸੱਚ ਵਰਤਦਾ ਸਦਾ ਸੱਚ ਨਿਆਉ। ਪਰਮੇਸ਼ਰ ਹੈ ਹੀ ਸੱਚ ਸਰੂਪ ਤੇ ਸੱਚ ਸਰੂਪ ਹੋ ਕੇ ਸਾਰੀ ਦੇ ਵਰਤ ਰਿਹਾ ਤੇ ਸਦਾ ਸੱਚਾ ਨਿਆਂ ਕਰਦਾ ਹੈ। ਅੰਮ੍ਰਿਤ ਕਾ ਰਸ ਆਇਆ ਮਨ ਵਸਿਆ ਨਾਉ। ਅੰਮ੍ਰਿਤ ਮੌਤ ਤੋਂ ਰਹਿਤ ਕਰਨ ਵਾਲੇ ਪਰਮੇਸ਼ਰ ਦੇ ਨਾਮ ਦਾ ਰਸ ਆਇਆ, ਸਵਾਦ ਆਇਆ ਤੇ ਮਨ ਵਿੱਚ ਵਸ ਗਿਆ, ਰੋਮ ਰੋਮ ਵਸ ਗਿਆ। ਨੇਤਰਾਂ 'ਚ ਵੀ ਅੰਮ੍ਰਿਤ, ਕੰਨਾਂ 'ਚ ਵੀ ਅੰਮ੍ਰਿਤ, ਅੰਦਰ ਬਾਹਰ ਅੰਮ੍ਰਿਤ ਹੀ ਉਹਨਾਂ ਦਾ ਭਾਵ ਨਾਮ ਪੈ ਜਾਂਦਾ ਤੇ ਨਾ ਦਿਨੇ ਰਾਤ ਆਨੰਦ ਅੰਮ੍ਰਿਤ ਦਾ ਹੀ ਲੈਂਦੇ ਹਨ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਅਗਲੇ ਸ਼ਲੋਕ ਅੰਦਰ ਹੋਰ ਕਿਰਪਾ ਕਰਦੇ ਹਨ। ਹਉਮੈ ਕਰੀ ਤਾਂ ਤੂੰ ਨਾਹੀ, ਤੂੰ ਹੋਵੈ ਹਉ ਨਾਹੀ। ਹਉ ਹਉ ਜਦੋਂ ਮੈਂ ਕਰੀ ਕੀ ਤਾਂ ਮਹਾਰਾਜ ਸਾਹਿਬ ਤੂੰ ਨਹੀਂ, ਤੂੰ ਨਹੀਂ ਪ੍ਰਗਟ। ਸੋ ਤੂੰ ਹੋਵੈ ਹਉ ਨਾਹੀ, ਹੁਣ ਤੂੰ ਹਾਂ ਤੇ ਮੈਂ ਨਹੀਂ। ਭਗਤ ਰਵਿਦਾਸ ਜੀ ਦੇ ਬਚਨ ਹਨ, ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਅੰਦਲ ਅਗਮ ਜਸ ਦਹਿਰ ਮੈਂ ਓਦਦ ਜਲ ਕੇਵਲ ਜਲ ਨਾਹੀ। ਭਗਤ ਰਵਿਦਾਸ ਜੀ ਰਵਿਦਾਸੀ ਰਵਿਦਾਸ ਜਾਤੀ ਵਿੱਚੋਂ ਪ੍ਰਗਟ ਹੋਏ, ਬੰਦਗੀ ਕੀਤੀ ਤੇ ਭਗਵਾਨ ਦੀ ਪ੍ਰਾਪਤੀ ਹੋਈ। ਅਗਲਵਾਦੀ ਉੱਠ ਕੇ ਚਰਨਾਂ ਦੀ ਸ਼ੋਭ ਪ੍ਰਾਪਤ ਕਰਨ ਲੱਗੇ ਤੇ ਹਾਸ ਵਿਲਾਸ ਨਾਲ, ਲਾਡ ਨਾਲ, ਪਿਆਰ ਨਾਲ ਭਗਵਾਨ ਕਹਿੰਦਾ ਰਵਿਦਾਸ ਨੂੰ ਪਤਾ ਨਹੀਂ ਮੈਂ ਕਿਵੇਂ ਆ ਰਿਹਾ, ਮੈਨੂੰ ਕਿਉਂ ਛੋਣਾ, ਮੈਨੂੰ ਕਿਉਂ ਭਿੱਟਦਾ ਹੈ। ਤੇ ਭਗਤ ਜੀ ਕਹਿੰਦੇ ਜਦੋਂ ਮੈਂ ਚਮਿਆਰ ਸੀ ਉਦੋਂ ਤੂੰ ਨਹੀਂ ਸੀ ਪ੍ਰਗਟ, ਤੇ ਜੇ ਤੂੰ ਪ੍ਰਗਟ ਹੋਇਆ ਤਾਂ ਹੁਣ ਮੈਂ ਚਮਿਆਰ ਨਹੀਂ ਰਹਿ ਗਈ। ਇਹ ਗੱਲ ਬੰਧਨ 'ਚ ਨਹੀਂ ਆਉ। ਇਸ ਪ੍ਰਕਾਰ ਉਦੋਂ ਪੰਕਤੀਆਂ ਉਚਾਰੀਆਂ ਸੀ। ਅੰਨਲ ਅਗਮ ਜਸ ਲਹਿਰ ਬਹਿ ਓਦਦ। ਅੰਨਲ ਹਵਾ ਦੇ ਚੱਲਣ ਨਾਲ ਬਹਿ ਓਦਦ, ਉਦਦ ਜਲ ਵਿੱਚ ਸਾਗਰ ਵਿੱਚ ਲਹਿਰਾਂ ਉੱਠਦੀ। ਇਹ ਭਗਵਾਨ ਜੀ ਦੱਸੋ ਉਹ ਲਹਿਰਾਂ ਪਾਣੀ ਤੋਂ ਵੱਖਰੀਆਂ ਹੁੰਦੀਆਂ ਨਹੀਂ, ਵੱਖਰੀਆਂ ਨਹੀਂ ਮੰਨੀਆਂ ਜਾਂਦੀਆਂ। ਇਸ ਪ੍ਰਕਾਰ ਜੈਸੇ ਜੇ ਜਲ ਤੇ ਬੁੱਧ ਬਦਾ ਉਪਜੇ ਬਿਨ ਸੇ ਨੀਤ, ਜੇ ਬੁੱਧ ਬਦੇ ਨੂੰ ਵੱਖਰਾ ਸਮਝੀਏ ਪਾਣੀ ਤੋਂ, ਵਿਦਿਆਈ ਤੋਂ ਉਹਦੀ ਕੋਈ ਨਹੀਂ, ਮਾਨ ਉਹਦੇ ਵਿੱਚ ਕੁਝ ਹਰ ਹਰ ਜਨ ਦੋਈ ਏਕ ਹੈ। ਜੇ ਵਿਚਾਰ ਕੁਛ ਨਾਹੀ, ਜਲ ਤੇ ਉਪਿਤ ਰੰਗ ਚੋਂ ਜਲ ਹੀ ਦਿਖੇ ਸੁਨਾਹੀ। ਜੈਸੇ ਜਲ ਤੇ ਬੁੱਧ ਬਦਾ ਕਹਿਣ ਸੁਣ ਕੋ, ਦੇਖਣ ਨੂੰ ਪ੍ਰਤੀਤ ਹੁੰਦਾ ਵੀ ਵੱਖਰਾ ਪੁਣਾ ਪਾਣੀ ਤੋਂ, ਪਰ ਪਾਣੀ ਦਾ ਰੂਪ ਹੁੰਦਾ ਤੇ ਪਾਣੀ 'ਚ ਮਿਲ ਜਾਂਦਾ, ਉਹਦੀ ਬੁਨਿਆਦ ਬਹੁਤੀ ਨਹੀਂ ਹੁੰਦੀ। ਇਸ ਪ੍ਰਕਾਰ ਹਰੀ ਤੇ ਹਰੀ ਦੇ ਜਨ ਦੋਏ ਇੱਕ ਰੂਪ ਤੇ ਵਿਚਾਰ ਨਾਹੀ, ਜਲ ਤੇ ਉਪਿਤ ਰੰਗ ਚੋਂ ਜਲ ਹੀ ਦਿਖੇ। ਇਸ ਪ੍ਰਕਾਰ ਜਣਾਉਣਾ ਕੀਤਾ ਹੈ। तो तू करता तू हुआ मुझ में रहा न हूं, जब आपा परखा मिल गया क्या देखूं तू। हुण तेरे तो बिना होर है ही कुछ। ये कौन बनते ने जिहड़े परमेश्वर दे नाम नूं जपदे, जिन्हां ना विसरे नाम सेक नेहा, किहो जे भेद न जानो मूल साईं तेहा रब। रब नूं जप जप के ध्याता ते ज्ञाता गे दी प्राप्ति कर लैंदे ने। हउमै करी, जदों हउमे सी मेरे विच हउ मैं सी, दूजा तीजा सी, उदों तू नहीं, तू नहीं सी प्रगट।
ਹਗਤਾ ਮਮਤਾ ਤੇ ਮੈਂ ਮੇਰੀ ਵੇਟਾਂਗੇ ਤਾਂ ਪਰਮੇਸ਼ਰ ਦੀ ਪ੍ਰਾਪਤੀ। ਹੁਣ ਤੂੰ ਹੋਵੇਂ ਹਉ ਨਾਹੀ, ਸਾਰੀ ਸਾਈ ਤੂੰ ਹੀ ਦਿਸਦਾ ਤੂੰ ਹੀ ਸੁਣਦਾ ਹੈ ਤੇ ਮੇਰੇ ਵਿੱਚ ਮੈਂ ਕੋਈ ਰਹਿ ਹੀ ਨਹੀਂ ਗਈ, ਮਰ ਚੁੱਕਾ ਇਸ ਪਾਸੋਂ। ਇਸ ਪ੍ਰਕਾਰ ਆਪ ਜੀ ਕਹਿੰਦੇ ਹਨ, ਬੂਝੋ ਗਿਆਨੀ ਬੂਝਣਾ ਇਹ ਅਕਥ ਕਥਾ ਮਨ ਮਾਹੇ। ਬੁੱਝਣੇ ਜੋਗ ਬੁੱਝਣਾ ਕਰੋ ਗਿਆਨਵਾਨ ਪੁਰਸ਼ੋ, ਅਕਥ ਕਥਾ ਪਰਮੇਸ਼ਰ ਦੀ ਮਨ ਦੇ ਮਾਹੇ ਵਿੱਚ। ਕਿੱਥੋਂ ਇਸ ਨੂੰ ਜਾਣਨਾ ਕਰੋ ਇਸ ਗੱਲ ਨੂੰ। ਇਤੋਂ ਹਗਤਾ ਮਮਤਾ ਸਰੀਰ ਦੀਆਂ ਵਡਿਆਈਆਂ ਦੀਆਂ, ਕਾਇਆ ਦੀਆਂ, ਡਿਗਰੀਆਂ ਦੀਆਂ, ਜਾਤਾਂ ਦੀਆਂ, ਜਾਤ ਕੋ ਜਾਤ ਦੇਖ ਮਤ ਭਰਮੋ, ਸੁਖ ਜਨਕ ਭਗੀ ਤਦ ਧਿਆਵੇਂ। ਜਾਤ ਲਿਜਾਤ ਦੇਖ ਮਤ ਭਰਮੋ, ਸੁਖ ਜਨਕ ਭਗੀ ਲਗ ਧਿਆਵੇਂ ਕੋ। ਵੱਡੀਆਂ ਵੱਡੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਪਰਮੇਸ਼ਰ ਦੇ ਪਿਆਰਿਆਂ ਨੇ। ਜਾਤ ਦਾ ਗਰਭ ਨਾ ਕਰਿਓ ਕੋਈ, ਬ੍ਰਹਮ ਬਿੰਦੇ ਸਭ ਉਪਤ ਹੋਈ। ਜਾਤ ਦਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ ਤੇ ਚੱਲੇ ਬਹੁਤ ਬੇਕਾਰ। ਮਾਟੀ ਏਕ ਨੇਕ ਭਾਂਤ ਕਰ, ਸਾਜੀ ਸਾਜਣਹਾਰੇ। ਨਾ ਕਛ ਪੋਟ ਮਾਟੀ ਕੇ ਭਾਂਡੇ, ਨਾ ਕਛ ਪੋਟ ਤੁਮਾਰੇ। ਸਰੀਰ ਸਰੀਰ ਹੀ ਹੈ, ਜਨਮੀ ਹੋਇਆ ਹੈ, ਦੁਨੀਆ ਤੇ ਆਇਆ। ਹਗਤਾ ਮਮਤਾ ਮੈਂ ਮੇਰੀ ਊਚ ਨੀਚ ਨੂੰ ਮੇਟੋਗੇ, ਉਦੋਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਤੇ ਨਹੀਂ। ਭਗਤਾਂ ਕੀ ਕੋਈ ਜਾਤ ਨਹੀਂ, ਕੋਈ ਪਤ ਨਹੀਂ, ਕੋਈ ਬਰਾਦਰੀ ਨਹੀਂ। ਸਰਬਦਾਸ ਕਥ ਕਥਾ ਕਹੋ ਕਾਹੀ ਕਰੀ ਜੈ, ਜੈਸਾ ਤੂੰ ਤੈਸਾ ਤੂੰ ਹੀ ਕਮਾ ਦੀਜੈ। ਤੇਰੇ ਕਮਲ ਕਮਲ ਗੁਣ ਕਹੈ ਕਹੈ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਣਨ ਨ ਸਾਕੋ, ਤੂੰ ਥਾਕ ਰੂਚ ਭਗਵਾਨਾ। ਇਹ ਗਿਆਨਵਾਨ ਪੁਰਖੋ ਬੁੱਝਣਾ ਕਰੋ, ਇਸ ਗੱਲ ਨੂੰ ਚਿੱਠਣਾ ਕਰੋ। ਇਹਨਾਂ ਜਾਤਾਂ ਕੁ ਜਾਤਾਂ ਦੀ ਆੜ ਬੇੜ ਦਿਓ, ਛੱਡ ਦਿਓ। ਦੁਨੀਆ ਦੇ ਲੋਕਾਂ ਵੱਟਾਂ ਪਾ ਲੀਆਂ, ਕੋਈ ਭਇਓ ਮੁੰਡਿਆ ਸੰਨਿਆਸੀ, ਕੋਈ ਜੋਗੀ ਭਇਓ, ਕੋਈ ਬ੍ਰਹਮਚਾਰੀ, ਕੋਈ ਜਤੀ ਅਨੁਮਾਨ ਬੋ। ਹਿੰਦੂ ਉਹ ਤੁਰਕ ਪਉ ਰਾਮਸੀ ਮਾਮ ਸਾਥੀ ਮਾਨ ਕੀ ਦਾਰ ਸਦ ਹੈ। ਏਕੈ ਪਹਿਚਾਨ ਬੋ ਕਲਗੀਧਰ ਮਹਾਰਾਜ ਸਾਹਿਬ ਦਾ ਸੁਨੇਹਾ ਹੈ। ਕਿਸ ਨੇ ਸਿਰ ਮੂੰਹ ਮੁੰਨ ਕੇ ਸੰਨਿਆਸੀ ਬਣ ਗਿਆ, ਮੁੰਡਿਆ ਬਣਾ ਕੇ ਸਿਰ ਆਪਣਾ। ਆਮ ਸਮਾਜ ਦੀ ਰੀਤੀ ਬਣਾਈ ਹੈ ਕਿ 25 ਸਾਲ ਤੱਕ ਬ੍ਰਹਮਚਾਰੀ ਰਹਿ ਕੇ ਤੇ ਵਿਦਿਆ ਹਾਸਲ ਕਰਨੀ, ਫਿਰ 25 ਸਾਲ ਗ੍ਰਸਤੀ ਬਣ ਕੇ ਔਲਾਦ ਵਗੈਰਾ ਪੈਦਾ ਕਰਨੀ, ਤੇ ਫਿਰ ਬਾਨਪ੍ਰਸਤੀ ਬਣਨਾ, ਤੇ ਫਿਰ ਸੰਨਿਆਸੀ। 4 ਅਵਸਥਾ ਵਿੱਚ ਹਿੱਸਿਆਂ ਵਿੱਚ 100 ਸਾਲ ਦੀ ਆਜੂ ਮਨੁੱਖ ਜਾਤੀ ਸਰੀਰ ਦੀ ਵੰਡ ਲਈ ਦੁਨੀਆ ਦੇ ਸਮਾਜ ਵਾਲੇ। ਇਸੇ ਪ੍ਰਕਾਰ ਕੋਈ ਮੁੰਡਿਆ ਸੰਨਿਆਸੀ, ਕੋਈ ਜੋਗੀ, ਵੱਖਰੇ ਵੱਖਰੇ ਇਹਨਾਂ ਦੇ ਭਾਵ ਇਹ ਨਿਯਮ ਨੇ, ਵੱਖਰੇ ਵੱਖਰੇ ਖਿਆਲ ਨੇ, ਵੱਖਰੀਆਂ ਵੱਖਰੀਆਂ ਮਤਾਂ ਨੇ। ਫਿਰ 12 ਮਹਿ ਜੋਗੀ ਭਰਮਾਏ ਸੰਨਿਆਸੀ 6-4 ਦਾਸਕਾਂ ਫਿਰਕੇ ਸੰਨਿਆਸੀਆਂ ਦੇ। ਇਸੇ ਪ੍ਰਕਾਰ ਜੋਗੀਆਂ ਦੇ 12 ਤਾਂ ਹੋਰ ਵਿੱਚੋਂ ਵਧੀ ਜਾਂਦੀਆਂ, ਵੰਡਾਂ ਵਧੀ ਜਾਂਦੀਆਂ। ਦੀਆ ਸੁੰਨੀ ਰਾਮਸੀ ਮਾਨ ਸਾਥੀ, ਇਹ 4 ਮੱਝ ਮੁਸਲਮਾਨਾਂ ਬਣਾ ਲਏ, ਖੱਤਰੀ ਬ੍ਰਾਹਮਣ ਸੂਦ ਵੈ ਸਿੱਖਾਂ ਨੇ ਬਣਾ ਲਏ। ਕਲਗੀਧਰ ਪਿਤਾ ਕਹਿੰਦੇ ਸਾਰਿਆਂ ਦੇ ਸੁਹਾਗਾ ਫੇਰ ਕੇ ਕਿਉਂ ਨਹੀਂ ਮੰਨ ਲੈਂਦੇ ਵੀ ਮਨੁੱਖ ਜਾਤੀ ਹੈ, ਸਾਰੇ ਭਰਾ ਹੀ ਹੈ ਸਾਰੇ। ਰੇਤੇ ਅਵਸਥਾ ਆਉਣੀ ਬੜੀ ਮੁਸ਼ਕਲ ਦੀ ਗੱਲ ਹੈ। ਜੇ ਤੁਹਾਨੂੰ ਗਿਆਨ ਹੈ, ਜੇ ਤੁਸੀਂ ਗਿਆਨੀ ਕਹੋਗੇ ਹੋ, ਜੇ ਤੁਸੀਂ ਕਹਿੰਦੇ ਹੋ ਜਾਂ ਸਰੋਤੇ ਹੋ, ਇਸ ਗੱਲ ਨੂੰ ਫਿਰ ਬੁੱਝਣਾ, ਇਸ ਗੱਲ ਨੂੰ ਫਿਰ ਸਮਝਣਾ ਕਰੋ। ਤੋ ਬੁੱਝੋ ਗਿਆਨੀ ਬੁੱਝਣਾ। ਕਿੰਨੇ ਝਗੜੇ ਦੁਨੀਆ ਦੇ ਵੱਢਵੀ, ਕਿੰਨੇ ਝਗੜੇ ਕੌਮੀ ਧਰਮ ਦੇ ਝਗੜੇ। ਧਰਮ ਤੇ ਇੱਕ ਹੈ, ਰੱਬ ਤੇ ਇੱਕ ਹੈ। ਉਹ ਬਹੁਤੀ ਥਾਂ ਕਿੱਦਾਂ ਵੰਡ ਲਵੋਗੇ, ਉਹ ਬਹੁਤੀ ਥਾਂ ਨਹੀਂ ਹੋ ਸਕਦਾ। ਤੁਹਾਡੇ ਖਿਆਲ ਬਹੁਤੀ ਨਹੀਂ ਹੋ ਸਕਦੇ। ਇਹ ਕਥ ਕਥਾ ਹੈ, ਇਹਨੂੰ ਭਾਵ ਵਿਚਾਰਨਾ ਕਰੋ, ਚਿੱਠਣਾ ਕਰੋ। ਬੁੱਝੋ ਗਿਆਨੀ ਬੁੱਝਣਾ ਕਥ ਕਥਾ ਮਨ ਦੇ ਮਾਹੇ ਵਿੱਚ। ਐਵੇਂ ਰੌਲਾ ਪਾ ਕੇ ਪ੍ਰਾਪਤੀ ਪਰਮੇਸ਼ਰ ਦੀ ਨਹੀਂ, ਇਹ ਪ੍ਰਾਪਤੀ ਰੱਬ ਦੀ ਕਰਨੀ ਹੈ ਕਿ ਬੰਦਿਆਂ ਦੀ ਕਰਨੀ। ਮਨੁੱਖ ਜਾਤੀ ਸਰੀਰ ਤੇ ਮਿਲਿਆ ਰੱਬ ਦੀ ਪ੍ਰਾਪਤੀ ਵਾਸਤੇ ਹੈ। ਇਸ ਪ੍ਰਕਾਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹਨਾਂ ਪੰਕਤੀਆਂ 'ਚ ਆਪਾਂ ਨੂੰ ਸੁਭ ਸੁਨੇਹਾ ਦਿੰਦੇ ਹਨ, ਸਿੱਖਿਆ ਦਿੰਦੇ ਹਨ। ਬਿਨ ਗੁਰ ਤਤ ਨਾ ਪਾਈਐ ਅਲਖ ਵਸੈ ਸਭ ਮਾਹੇ। ਬਿਨਾਂ ਗੁਰੂ ਦੀ ਕਿਰਪਾ ਤੋਂ, ਬਿਨਾਂ ਗੁਰੂ ਦੇ ਗਿਆਨ ਤੋਂ, ਗੁਰੂ ਦੀ ਬਖਸ਼ਿਸ਼ ਤੋਂ ਤਤ ਸਿਧਾਂਤ ਦੀ ਪ੍ਰਾਪਤ ਨਹੀਂ। ਅਲਖ ਨਾ ਲਖੇ ਜਾਣ ਵਾਲਾ ਇੱਕੋ ਕਰਤਾ ਪੁਰਖ ਨਿਰੰਕਾਰ ਵਸੇ ਮਨ ਮਾਹੇ। ਤੇ ਗੁਰੂ ਕਿਰਪਾ ਹੋ ਜੇ ਤੇ ਮਨ ਦੇ ਮਾਹੇ ਵਿੱਚ ਵਸ ਜਾਵੇ।
ਸਤਿਗੁਰ ਮਿਲੇ ਤਾਂ ਜਾਣੀਏ ਜਾਂ ਸ਼ਬਦ ਵਸੈ ਮਨ ਮਾਹੇ। ਸਤਿਗੁਰੂ ਜੀ ਮਿਲੇ ਕਿਰਪਾ ਕਰਨ, ਮਿਲਾਪ ਹੋਵੇ ਸ਼ਬਦ ਦਾ ਮਿਲਾਪ, ਸਤਿਗੁਰੂ ਦਾ ਮਿਲਾਪ ਹੈ, ਜਾਣੀਏ ਜਾਣਨਾ ਕਰੋ, ਜਾਂ ਸ਼ਬਦ ਉਹਦਾ ਉਪਦੇਸ਼ ਵਸੇ ਮਨ ਦੇ ਮਾਹੇ। ਹੁਣ ਗੁਰੂ ਕਿਰਪਾ ਕਰੂ, ਮਿਲਾਪ ਹੋ ਤੇ ਸ਼ਬਦ ਹੀ ਦਊ, ਹੁਕਮੀ ਕਰੂ, ਇਸ ਪ੍ਰਕਾਰ ਉਪਦੇਸ਼ ਹੀ ਦਊ। ਤੇ ਜੇ ਗੁਰੂ ਦਾ ਸ਼ਬਦ ਲਿਆ ਨਾ ਜਾਂ ਲੈ ਕੇ ਸ਼ਬਦ ਕਮਾਇਆ ਨਾ ਤੇ ਫਿਰ ਪ੍ਰਾਪਤੀ ਕਿਸ ਤਰ੍ਹਾਂ ਹੋਵੇਗੀ। ਇਸ ਤਰ੍ਹਾਂ ਮਨ ਦੇ ਮਾਹੀ ਗੁਰੂ ਕਾ ਸ਼ਬਦ, ਗੁਰੂ ਕਾ ਉਪਦੇਸ਼ ਵਸ ਜਾਵੇ, ਟਿਕ ਜਾਵੇ। ਬਿਨ ਗੁਰ ਤਤ ਨਾ ਪਾਈਐ ਲਖ ਵਸੈ ਤਾ ਮਾਹੇ। ਸਤਿਗੁਰ ਮਿਲੇ ਤਾਂ ਜਾਣੀਏ ਜਾਂ ਸ਼ਬਦ ਵਸੈ ਮਨ ਮਾਹੇ। ਆਪ ਗਿਆ ਬ੍ਰਹਮ ਭਉ ਗਿਆ, ਜਨਮ ਮਰਨ ਦੁਖ ਜਾਹੇ। ਜਦੋਂ ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼ ਮਨ ਦੇ ਵਿੱਚ ਵਸ ਗਿਆ ਤੇ ਆਪ ਗਿਆ। ਆਪਾ ਭਾਵ ਮੈਂ, ਮੇਰੀ ਅੰਗਤਾ ਮਮਤਾ, ਮੈਂ ਬ੍ਰਾਹਮਣ ਹਾਂ, ਮੈਂ ਹਿੰਦੂ ਹਾਂ, ਮੈਂ ਈਸਾਈ ਹਾਂ, ਮੈਂ ਮੁਸਲਮਾਨ ਹਾਂ, ਮੈਂ ਸਿੱਖ ਹਾਂ, ਇਹ ਵਿੱਚੋਂ ਚਲੇ ਗਏ। ਆਪ ਗਿਆ ਮੈਂ ਕੌਣ ਹਾਂ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਸਾਰੇ ਵਿੱਚ ਉਹਦੀ ਜੋਤ ਹੈ। ਜਦੋਂ ਇਹ ਚੇਤੇ ਆ ਗਈ, ਇਹ ਨਿਹਚੇ ਹੋ ਗਿਆ, ਤਾਂ ਕਹੋ ਕਬੀਰ ਤੂੰ ਰਾਮ ਕੀ ਅੰਸ਼। ਕਿ ਤੁਕ ਤੱਕ ਸੱਚ ਹੈ, ਜਸ ਕਾਗਦ ਪਰ ਮਿਟੇ ਨਾ ਮਨ। ਕਿਤੇ ਕਾਗਜ਼ ਤੇ ਮਨਸ ਸਿਆਹੀ ਦਾ ਦਾਗ ਦੂਰੋਂ ਹੀ ਦਿਸਦਾ ਤੇ ਮਿਟਦਾ ਨਹੀਂ। ਇਵੇਂ ਨਿਹਚੇ ਹੈ ਹਰ ਜੀਵ, ਰਾਮ ਦੀ ਅੰਸ਼ ਹੈ, ਰਾਮ ਦੀ ਔਲਾਦ ਹੈ। ਤੇ ਫਿਰ ਵਿਛੋੜਾ ਕਿਉਂ ਪੈ ਗਿਆ, ਕਿਰਤ ਕਰਮ ਕੇ ਵਿਛੜੇ, ਵਿਛੋੜਾ ਪੈ ਗਿਆ ਕਰਮਾਂ ਅਨੁਸਾਰ। ਤੇ ਫਿਰ ਕੀ ਕਰੀਏ, ਵਿਸਾਖ ਕਿਉਂ ਵਾਢੀਆ। ਜਿੰਨਾ ਪ੍ਰੇਮ ਵਿਛੋਹੋ, ਪ੍ਰੇਮ ਦੀ ਛੋਹ ਤੋਂ ਬੇਛੋਹ ਹੋਏ, ਧੀਰਜ ਨਾ ਕਰੋ, ਯਤਨ ਕਰੋ, ਉਦਮ ਕਰੋ। ਜਿਹੜੇ ਆਪਣੇ ਆਪ ਨੂੰ ਵਾਢੀਆ ਵਿਛੜੇ ਹੋਏ ਸਮਝਦੇ, ਹੈ ਤਾਂ ਰਾਮ ਦੀ ਅੰਸ਼ ਹੈ ਤੇ ਉਹਦੀ ਔਲਾਦ, ਕਰਮ ਅਨੁਸਾਰ ਪੈ ਗਿਆ ਵਿਛੋੜਾ। ਹੁਣ ਮਾੜੇ ਕਰਮ ਛੱਡ ਦਿੱਤੇ ਜਾਣ, ਚੰਗੇ ਧਾਰਨ ਕੀਤੇ ਜਾਣ, ਕਮਾਏ ਜਾਣ, ਫਿਰ ਨੇੜਤਾ ਵਧ ਜਾਂਦੀ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਆਪ ਗਿਆ ਹੰਕਾਰ ਗਿਆ, ਮੈਂ ਮਮਤਾ ਚਲੇ ਗਈ, ਭਰਮ ਭਉ ਗਿਆ। ਤੇ ਭਰਮ ਵੀ ਹਰ ਪ੍ਰਕਾਰ ਦਾ ਨਿਕਲ ਗਿਆ ਤੇ ਭਉ ਡਰ ਵੀ ਮਨ ਤੋਂ ਚਲੇ ਗਿਆ। ਜਨਮ ਮਰਨ ਦੁੱਖ ਜਾਹੇ। ਤੇ ਜੰਮਣ ਵਾਲਾ ਤੇ ਮਰਨ ਵਾਲਾ, ਜਿਹਨੇ ਜਨਮ ਲੈ ਲਿਆ ਮਰਨਾ ਪੈਣਾ ਤੇ ਫਿਰ ਜਨਮ ਹੀ ਨਹੀਂ ਹੋਣਾ ਤੇ ਮੌਤ ਕਿੱਥੋਂ ਆਊ। ਕਿ ਜੰਮਣ ਤੇ ਮਰਨ ਵਾਲਾ ਦੁੱਖ ਤੇਰਾ ਚਲਿਆ ਜਾਵੇਗਾ। ਗੁਰਮਤਿ ਅਲਖ ਲਖਾਈਐ ਊਤਮ ਮਤ ਉਤਰਾਏ। ਗੁਰਮਤੀਆਂ ਨੇ ਗੁਰੂ ਦੀ ਮੱਤ ਲੈ ਕੇ ਅਲਖ ਨਾ ਲਖੇ ਜਾਣੂ ਲਖਿਆ ਤੇ ਲਖ ਕੇ ਫਿਰ ਦੂਜਿਆਂ ਨੂੰ ਲਿਖਾਇਆ। ਆਨੰਦ ਆਇਆ ਤੇ ਢੱਕ ਕੇ ਲਗਾ ਕੇ ਨਹੀਂ ਰੱਖਿਆ, ਦੂਜਿਆਂ ਨੂੰ ਵੀ ਦੱਸਿਆ ਵਾਹਵਾ ਖੜੀਆਂ ਕਰਕੇ। ਕੀ ਕਿਹਾ, ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ। ਫਿਰ ਪਾਛੇ ਪਛਤਾਹੋਗੇ, ਪ੍ਰਾਣ ਜਾਹੇ ਕੇ ਛੂਟ। ਕਬੀਰ ਜੀ ਕਹਿੰਦੇ ਪ੍ਰਾਣ ਤਾਂ ਛੁੱਟ ਜਾਣੇ ਐ, ਸਰੀਰ ਤੋਂ ਨਿਕਲ ਜਾਣੇ, ਆਤਮਾ ਚਲੀ ਜਾਣੀ ਹੈ। ਲੁੱਟ ਪਈ ਹੈ ਰਮੇ ਹੋਏ ਪਰਮੇਸ਼ਰ ਦੇ ਨਾਮ। ਲੁੱਟ ਲੋ, ਬੰਧ ਲੋ ਪੰਡਾ। ਜਿੰਨਾ ਚਿਰ ਮੈਂ ਮੇਰੀ ਨਾ ਵੜੂ ਉਹਨਾਂ ਚਿਰ ਪ੍ਰਾਪਤੀ ਨਹੀਂ। ਮੈਂ ਮੇਰੀ ਨੂੰ ਮਾਰ ਕੇ ਨਿੱਕੀ ਕਰਕੇ ਕੁੱਟ, ਭਰੇ ਖਜ਼ਾਨੇ ਸਾਹਿਬ ਦੇ ਅੰਦਰ ਵੜ ਕੇ ਲੁੱਟ। ਨਿਮਰਤਾ ਚ ਆ ਲੁੱਟ ਲੈਣਾ ਕਰ। ਕਬੀਰ ਸਭ ਜਗ ਹਉ ਫਿਰਿਓ, ਮੰਦਿਲ ਕੰਧ ਚੜਾਏ। ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਬਜਾਈ। ਮੰਦਿਲ ਢੋਲ ਨੂੰ ਕਹਿੰਦੇ ਤੇ ਕੰਧ ਮੋਢਿਆਂ ਤੇ ਚੁੱਕ ਕੇ ਢੋਲ ਵਜਾ ਕੇ, ਡੱਗਾ ਵਜਾ ਕੇ, ਬਾਹਾਂ ਖੜੀਆਂ ਕਰਕੇ ਮੈਂ ਕਹਿੰਦਾ ਕੋਈ ਕਿਸੇ ਦਾ ਨਹੀਂ, ਜਗਤ ਮੈਂ ਝੂਠੀ ਟਿਕ। ਇਹਨਾਂ ਸੰਬੰਧੀਆਂ ਰਿਸ਼ਤੇਦਾਰਾਂ ਮਗਰ ਝੂਠ ਕਿਉਂ ਬੋਲਦੇ ਹੋ, ਪਾਪ ਕਿਉਂ ਕਰਦੇ, ਮਨਾਈਆਂ ਕਿਉਂ ਕਰਦੇ ਹੋ। ਇਹ ਨਾਲ ਕੋਈ ਵਸਤੂ ਨਹੀਂ ਨਿਭਣ ਵਾਲੀ। ਇਸ ਪ੍ਰਕਾਰ ਜਿਨ੍ਹਾਂ ਨੂੰ ਗੁਰੂ ਦੀ ਮੱਤ ਆ ਗਈ, ਗੁਰੂ ਦੇ ਨੇੜੇ ਹੋ ਗਏ, ਉਹਨਾਂ ਅਲਖ ਨਾ ਲਖੇ ਜਾਣ, ਲਖ ਲਿਆ ਤੇ ਦੂਜਿਆਂ ਨੂੰ ਲਿਖਾਈਏ ਜਣਾ ਦਿੱਤਾ। ਉਤੋਂ ਮਤ ਆਤਮ ਸ਼੍ਰੇਣੀ ਵਿਵੇਕ ਬੁੱਧੀ ਦੀ ਪ੍ਰਾਪਤੀ ਕਰਕੇ ਸੰਸਾਰ ਸਾਗਰ ਨੂੰ ਆਪ ਤਰੇ, ਦੂਜਿਆਂ ਨੂੰ ਤਰਾ ਲੈਣਾ ਕੀਤਾ ਹੈ। ਨਾਨਕ ਸੋ ਹੰਸਾ ਜਪ ਜਪਹੁ, ਤ੍ਰਿਭਵਨ ਤਿਸੈ ਸਮਾਹੇ। ਗੁਰਮੁਖੋ ਗੁਰੂ ਨਾਨਕ ਪਾਤਸ਼ਾਹ ਦੇ ਸਰੂਪ, ਗੁਰੂ ਅਮਰਦਾਸ ਗੁਰੂ ਨਾਨਕ ਪਾਤਸ਼ਾਹ ਦੱਸੇ ਸਰੂਪ ਕਿਰਪਾ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਰੂਪ ਸੋਹੰ ਸੋ ਜਾ ਕੋ ਹੈ ਜਾਪ, ਤਾਂ ਕੋ ਲੇਪਨਾ ਪੁੰਨ ਅਰ ਪਾਪ। ਇਹ ਵੀ ਪਰਮੇਸ਼ਰ ਦਾ ਨਾਮ ਹੈ ਤੇ ਪ੍ਰਾਤਨ ਭਗਤਾਂ ਨੇ ਜਪਿਆ। ਤੇ ਹੁਣ ਵੀ ਰਾਧਾ ਸੁਆਮੀ ਵਾਲੇ ਤੇ ਕਈ ਹੋਰ ਟੁੱਟ ਕੇ ਇਕੱਠੇ ਕਰਕੇ ਸੋਹੰ ਜਪਦੇ ਨੇ। ਸੋ ਜੋਤ ਨਿਰੰਜਨ ਓੰਕਾਰ ਅਰੰਕਾਰ ਸੋਹੰ ਸਤਿਨਾਮ। ਇਹ ਰਾਧਾ ਸੁਆਮੀਆਂ ਦਾ ਜਾਪ। ਜੇ ਸੋਹੰ ਦਾ ਜਾਪ ਜਪਣਾ ਤੇ ਜਪੋ, ਜੋ ਉਹ ਪਰਮੇਸ਼ਰ ਹੈ ਸੋਹੰ ਮੈਂ, ਉਹਦੀ ਜੋਤ ਹੈ, ਉਹਦਾ ਸਰੂਪ ਹੈ, ਉਹਦਾ ਰੂਪ ਹੈ। ਇਸ ਪ੍ਰਕਾਰ
ਪਰ ਸਤਿਗੁਰੂ ਸੱਚੇ ਪਾਤਸ਼ਾਹ ਸਾਰੇ ਨਾਵਾਂ ਦਾ ਨਿਚੋੜ ਸਾਨੂੰ ਵਾਹਿਗੁਰੂ ਮੰਤਰ ਮੂਲ ਮੰਤਰ ਬਖਸ਼ ਪ੍ਰਮਾਣ ਦੇਣ ਲਈ ਸਮਝਾਉਣ ਲਈ ਕੌਤਕ ਰਚਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ। ਉਹ ਨਦੀਆਂ ਤਾਂ ਭਾਵ ਹੱਥ ਪਰ ਨੀਵੀਆਂ ਹੋ ਕੇ ਤੇ ਨਿਗਾਹ ਦਿੰਦੀਆਂ ਆਪਣੇ ਪਿਆਰਿਆਂ ਨੂੰ ਰਾਹ ਦੇ ਦਿੰਦੀਆਂ। ਹੁਣ ਸਮੁੰਦਰ ਕਿੰਨਾ ਕੁ ਨੀਵਾਂ ਹੋਊ, ਰਾਹ ਪਾਣੀ ਹੈ, ਪਰ ਸਮੁੰਦਰ ਸਖਤ ਹੋ ਜਾਂਦਾ ਪਰ ਧਰਤੀ ਸਮਾਨ ਬਰਫ਼ ਸਮਾਨ। ਲਓ ਮੇਰੇ ਤੋਂ ਜੀ ਤੁਰ ਕੇ ਲੰਘ ਜਾਓ। ਪਰਮੇਸ਼ਰ ਦੇ ਪਿਆਰਿਓ ਬੰਦਗੀ ਵਾਲਿਓ, ਗੁਰੂ ਨਾਨਕ ਪਾਤਸ਼ਾਹ ਸਮੁੰਦਰ ਲੰਘ ਰਹੇ ਨੇ ਧਰਤੀ ਸਮਾਨ ਤੁਰ ਕੇ ਉੱਪਰ ਦੀ, ਤੇ ਪਿੱਛੇ ਪਿੱਛੇ ਬਾਲਾ ਮਰਦਾਨਾ ਜੀ ਤੁਸੀਂ ਵਾਹਿਗੁਰੂ ਵਾਹਿਗੁਰੂ ਜਪੀ ਚੱਲੋ ਤੇ ਪਾਣੀ ਤੁਹਾਨੂੰ ਡੋਬੂ ਨਹੀਂ, ਪਾਰ ਲੰਘ ਜਾਵਾਂਗੇ। ਤੇ ਗੁਰੂ ਨਾਨਕ ਪਾਤਸ਼ਾਹ ਨੇ ਆਪ ਰਤਨਾ ਤੋਂ ਸੋਹੰ ਉੱਚੀ ਉੱਚੀ ਕਰ ਦਿੱਤਾ, ਜਣਾਉਣ ਲਈ ਮਹਿਮਾ ਵਾਹਿਗੁਰੂ ਮੰਤਰ ਦੀ। ਪ੍ਰਧਾਨੇ ਦੀ ਕੰਨੀ ਆਵਾਜ਼ ਪਈ ਵੀ ਮੈਨੂੰ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਵਾਹਿਗੁਰੂ ਕਹੀ ਚੱਲ ਤੇ ਆਪ ਸੋਹੰ ਕਹਿੰਦੇ। ਇਹ ਸੋਹੰ ਦਾ ਜਾਪ ਵਾਹਿਗੁਰੂ ਤੋਂ ਸ੍ਰੇਸ਼ਟ ਹੋਣਾ, ਉੱਤੇ ਹੋਣਾ ਹੈ। ਜਦੋਂ ਵਾਹਿਗੁਰੂ ਛੱਡ ਕੇ ਸੋਹੰ ਕਹਿਆ ਮਰਦਾਨੇ ਨੇ ਤੇ ਉਸੇ ਵੇਲੇ ਪਾਣੀ ਸਮੁੰਦਰ ਚ ਡੁੱਬ ਗਿਆ। ਸਾਹਿਬਾਂ ਨੇ ਵੇਖਿਆ ਭਾਉ ਕੇ ਮਰਦਾਨਿਆ ਤੂੰ ਵਾਹਿਗੁਰੂ ਛੱਡ ਦਿੱਤਾ ਹੈ, ਤੂੰ ਕਦਰ ਨਹੀਂ ਜਾਣੀ, ਤੂੰ ਮਹਿਮਾ ਨਹੀਂ ਜਾਣੀ, ਕਹੋ ਵਾਹਿਗੁਰੂ ਕਹੋ ਵਾਹਿਗੁਰੂ। ਤੂੰ ਡੁੱਬਦੇ ਹੋਏ ਨੇ ਗੋਤੇ ਖਾਂਦੇ ਨੇ ਕਹਿਆ, ਫਿਰ ਧਰਤੀ ਸਮਾਨ ਤੁਰਨ ਲੱਗ ਗਿਆ। ਸੋ ਭਾਵ ਜੋ ਗੁਰੂ ਕਹੇ ਸੋ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਭਾਵੋ। ਜੋ ਗੁਰੂ ਕਹਿੰਦਾ ਉਹ ਕਰੋ, ਗੁਰੂ ਦੀ ਰੀਸ ਨਾ ਕਰੋ। ਸਾਡਾ ਗੁਰੂ ਤੇ ਵੱਖਰੀ ਗੱਲ ਕਰਦਾ ਹੀ ਕੋਈ ਨਹੀਂ, ਆਪ ਕਮਾ ਕੇ ਫਿਰ ਸਾਨੂੰ ਕਹਿੰਦਾ ਹੈ ਤਨ ਸੋਹੰ ਹੰਸਾ ਜਪ ਜਪ ਹੋ। ਹੰਸ ਰੂਪ ਹੋ ਕੇ ਮਹਾਤਮਾ ਗੁਰੂ ਪਿਆਰੇ ਉਹਦੇ ਜਪ ਨੂੰ ਜਪਣਾ ਕਰੋ। ਪਾਪ ਜਪਤ ਹੋ ਜਾਣ ਸੁਰਖਰੂ ਹੋ, ਪੁੱਜੜੇ ਹੋ ਜਾਵੋਗੇ ਫਿਰ ਭਾਵਨ ਕਿਸੇ ਸਮਾਹੇ। ਉਹ ਤਿੰਨਾਂ ਭਾਵਨਾ ਦਾ ਮਾਲਕ ਸਾਰੀ ਥਾਂ ਸਮਾਇਆ ਹੋਇਆ ਹੈ, ਉਹਦੇ ਵਿੱਚ ਤੁਸੀਂ ਭੇਦ ਹੋ ਜਾਓਗੇ। ਮਹੱਲਾ ਤੀਜਾ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਹਨ। ਪਹਿਲਾ ਸਲੋਕ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਇਆ ਹੈ ਤੇ ਹੁਣ ਮਹੱਲਾ ਗੁਰੂ ਅਮਰਦਾਸ ਜੀ ਦਾ ਆਇਆ ਹੈ। ਅੱਗੇ ਪੌੜੀ ਵੀ ਗੁਰੂ ਅਮਰਦਾਸ ਜੀ ਦੀ ਆਵੇਗੀ। ਇਹ ਮਿਲਵੇਂ ਸਤਿਗੁਰਾਂ ਦੀ ਪਵਿੱਤਰ ਬਾਣੀ ਆਪ ਜੀ ਕਿਰਪਾ ਕਰਦੇ ਹਨ ਕਿ ਦੁਨੀਆ ਦਾ ਭਿੜਾਕੂ ਚਾਹੇ ਵੀ ਮੈਂ ਨਾਨਕ ਪਾਤਸ਼ਾਹ ਦੀ ਬਾਣੀ ਵੱਖਰੀ ਕਰਦੇ ਆ, ਤੀਜੇ ਪਾਤਸ਼ਾਹ ਦੀ ਵੱਖਰੀ ਕਰਦੇ ਆ, ਮੰਗਲਾ ਚਰਨ ਬਦਲਦੇ ਆ, ਭਗਤ ਬਾਣੀ ਵੱਖਰੀ ਕਰਦੇ ਆ ਤੇ ਯਤਨ ਕਰ ਰਹੇ ਨੇ ਭਿੜਾਕੂ ਕਿਤਾਬੀ ਕੀੜੇ ਆਸ ਪੂਰੀ ਨਹੀਂ ਹੋਈ ਤੇ ਗਾਂ ਨਹੀਂ ਹੋਵੇ। ਜੋ ਸਤਿਗੁਰੂ ਨੇ ਬਣਾਇਆ ਸਿਰ ਮੱਥੇ, ਇਸ ਪ੍ਰਕਾਰ ਆਪ ਜੀ ਕਿਰਪਾ ਕਰਦੇ ਹਨ। ਮਹੱਲਾ ਤੀਜਾ। ਮਨ ਮਾਨਕ ਜਨ ਪਰਖਿਆ ਗੁਰ ਸਾਹਿਬ ਦੀ ਵਿਚਾਰ। ਇਹ ਮਨ ਮਾਨਕ ਮੋਤੀ ਵਰਗਾ ਜਿਹਨਾਂ ਇਹਦੀ ਪਰਖ ਕੀਤੀ ਹੈ, ਕਿਸ ਤਰ੍ਹਾਂ ਕੀਤੀ? ਗੁਰੂ ਸ਼ਬਦ ਦੀ ਵਿਚਾਰ ਕਰਕੇ। ਸਭਨਾ ਮਨ ਮਾਨਕ ਠਾਹਣ ਮੂਲ ਮਚਾਂਗਵਾ। ਜੇ ਤੋ ਪਿਰੀਆਂ ਦੀ ਸ਼ਿੱਤ ਹਿਆਉ ਨਾ ਠਾਹੇ ਕਹੀਦਾ। ਸਭਨਾ ਦੇ ਮਨ ਮਾਨਕ ਮੋਤੀ ਨੇ, ਢਾਉਣੇ ਨਹੀਂ ਚਾਹੀਦੇ, ਦਿਖਾਉਣੇ ਨਹੀਂ ਚਾਹੀਦੇ। ਸਭ ਕੁਛ ਟੂਟਾ ਟੁੱਟਿਆ ਜੁੜਤ ਹੈ, ਸਮਝ ਲਿਓ ਮਨ ਬਿੱਤ। ਇਹ ਜੋ ਟੂਟੇ ਨਾ ਜੁੜਤ, ਇੱਕ ਸੀਸ ਇੱਕ ਚਿੱਤ। ਟੂਟ ਪ੍ਰੀਤ ਗਈ ਹੋਰ ਬੋਲ। ਬੁਰਾ ਬੋਲਿਆ, ਰੁੱਖਾ ਬੋਲਿਆ, ਕੌੜਾ ਬੋਲਿਆ, ਪ੍ਰੀਤੀ ਟੁੱਟ ਗਈ, ਪਿਆਰ ਟੁੱਟ ਗਿਆ ਤੇ ਫਿਰ ਉਹੋ ਜਿਹਾ ਜੁੜਦਾ ਨਹੀਂ। ਜੇ ਪਰਮੇਸ਼ਰ ਨੂੰ ਮਿਲਣ ਦੀ ਸ਼ਿਫਤ ਹੈ, ਆਸ ਹੈ ਕਿ ਕਿਸੇ ਦਾ ਮਨ ਨਾ ਢਾਉਣਾ ਕਰ, ਨਹੀਂ ਦਿਖਾਉਣਾ ਚਾਹੀਦਾ। ਮਨ ਮਾਨਕ ਤੇ ਮਾਨਕ ਮੋਤੀ ਤੋਂ ਵੱਧ ਕੀਮਤੀ ਪਰਮੇਸ਼ਰ ਦਾ ਨਾਮ ਪਰਖ ਕਰਕੇ ਮਨ ਵਿੱਚ ਵਸਾਉਣਾ ਕਰ ਭਰਕਿਆ। ਤੇ ਮਨ ਵਿੱਚ ਹੋਰ ਵੀ ਕਈ ਕੁਝ ਵਸਦਾ ਹੈ। ਗੁਰ ਸ਼ਬਦੀ ਉਪਦੇਸ਼ ਨੂੰ ਮੁੱਖ ਰੱਖ ਕੇ ਵਿਚਾਰ ਜਿਨ੍ਹਾਂ ਨੇ ਕੀਤੀ। ਇਹ ਜਨ ਵਿਰਲੇ ਜਾਣੀਆਂ ਹੈ ਕਲ ਯੁਗ ਵਿੱਚ ਸੰਸਾਰ। ਉਹ ਜਨ ਵਿਰਲੇ ਜਾਣੀਏ ਹੈ, ਜਾਣੇ ਜਾਂਦੇ ਨੇ। ਹੈ ਤਾਂ ਸਤਿਯੁਗ ਵਿੱਚ ਵੀ ਹੋਏ, ਦੁਆਪਰ ਤ੍ਰੇਤੇ ਵਿੱਚ ਵੀ ਹੋਏ ਤੇ ਹੋ ਕੇ ਮੁਕਤ ਹੋ ਗਏ, ਪਰਮੇਸ਼ਰ ਵਿੱਚ ਭੇਦ ਹੋ। ਪਰ ਅਸੀਂ ਨਹੀਂ ਅਜੇ। ਕਲਯੁਗ ਵਿਸ਼ੇਸ਼ ਤੌਰ ਤੇ ਕਲਯੁਗ ਵਿੱਚ ਸੰਸਾਰ, ਇਸ ਕਲਯੁਗ ਵਿੱਚ ਕਲਾ ਦੇ ਯੁੱਗ ਵਿੱਚ ਸੰਸਾਰ ਵਿੱਚ, ਕਿਉਂਕਿ ਪਿਛਲੇ ਯੁੱਗਾਂ ਦੀ ਉਮਰ ਜ਼ਿਆਦਾ ਸੀ, ਬੰਦੇ ਦੀ ਉਮਰ ਵੀ ਜ਼ਿਆਦਾ ਸੀ ਤੇ ਸੱਚ ਦੀ ਭਾਅ ਬੋਲ ਬਾਲਾ ਬਹੁਤਾ ਸੀ। ਕਲਯੁਗ ਵਿੱਚ ਕੂੜਦਾ ਤੇ ਨਸ਼ਿਆਂ ਵਿਸ਼ਿਆਂ ਦਾ ਪਸਾਰਾ ਬਹੁਤਾ ਹੈ, ਉਮਰ ਥੋੜੀ ਹੈ। ਇਸ ਪ੍ਰਕਾਰ ਆਪ ਜੀ ਕਹਿੰਦੇ ਕਿ ਦੇ ਜਨ ਵਿਰਲੇ ਜਗ ਮੇ ਉਤਮ ਕਾਟੀਏ ਵਿਰਲੇ ਕਈ। ਐਨ ਵਿਰਲੇ ਨਾਹੀ ਘਣੇ ਫੈਲ ਫਕਰ ਸੰਸਾਰ। ਕਲਯੁਗ ਵਿੱਚ ਸੰਸਾਰ ਵਿੱਚ ਆਏ ਹੋਏ
ਉਹਨਾਂ ਨੇ ਜਾਣੀ ਹੈ ਜਾਣਨਾ ਕੀਤਾ ਹੈ। ਆਪੈ ਨੂੰ ਆਪ ਮਿਲ ਰਹਿਆ ਹਉ ਮੈਂ ਦੁਬਦਾ ਮਾਰ। ਆਪਣੇ ਸਰੂਪ ਨੂੰ ਆਪ ਪਰਮੇਸ਼ਰ ਵਿੱਚ ਮੇਲ ਦਿੱਤਾ, ਇੱਕ ਵਿੱਚ ਕਰ ਦਿੱਤਾ। ਆਪੇ ਨੂੰ ਆਪ ਮਿਲ ਰਿਹਾ, ਹਉ ਮੈਂ ਹੰਗਤਾ ਮਮਤਾ ਦੁਬਦਾ, ਦਵੈਤ ਮੇਰੀ ਨੂੰ ਮਾਰ ਲਿਆ। ਬੜਾ ਵੱਡਾ ਰੋਗ ਹੈ। ਜੰਮਣ ਤੋਂ ਲੈ ਕੇ ਮਰਨ ਤੱਕ ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੋਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖੱਟਿਆ, ਹਉ ਵਿੱਚ ਗਿਆ। ਇਹ ਹਾਲਾਤ ਜੀਵ ਦੀ ਬਣੀ ਹੋਈ ਹੈ। ਤੇ ਜਿਹੜੀ ਦੁਬਦਾ ਦਵੈਤ ਈਰਖਾ ਨੇ, ਸਾਰੇ ਝਗੜੇ ਇਹਦੇ ਤੋਂ ਪੈਦਾ ਹੁੰਦੇ। ਇਸ ਦਰ ਕੀ ਦੁਬਦਾ ਨਾ ਜਾਏ, ਧਰਮ ਰਾਜ ਉਸਕੋ ਦੇ ਸਜਾਏ। ਦੁਬਦਾ ਰੋਗ ਸਦਕ ਵਡੇਰਾ, ਮਾਇਆ ਕਾ ਮੁਹਤਾਜ ਪਿਆ। ਮਾਇਆ ਤੋਂ ਪੈਦਾ ਹੁੰਦੀ ਦੁਬਦਾ ਦਵੈਤ ਈਰਖਾ। तो जो सुमारे सोई सूरा, जो सुमारे सोई पूरा, जो समारथ आया गणी, जो सुमारे सोई धनी। लंबा शब्द है कोई दुबदा मार्ग आवे, इसे मार राज जोग कमावे। किसी धड़ा किया मित्र सुत नाल भाई, किसी धड़ा किया कुर्म सके नाल जवाई, किसी धड़ा किया सरदार चौधरी नाल अपने सवाई। साडा धड़ा किहदे नाल? गुरु रामदास जी तुहाडा धड़ा किहदे नाल? जन नानक का धड़ा धर्म अब सृष्टि चढ़िया। झूठ धड़े कर पछो ताल, धड़े बनाए ने, पार्टियां बनाईया, दुबदा पैदा की, ईर्खा पैदा की, खास करके अंम੍ਰਿਤਧਾਰੀਆਂ ने, गुरु नानक दे सिखां ने, कलगीधर दे। आवे सारी सृष्टि दे जीव परमेश्वर काल पुरख की मालक है। दुबदा नूं छड्डो होए कतर मिलो मेरे भाई, दुबदा दूर करो ले मिलाए। हर नामे के हो वो जोड़ी, गुरमुख बैसो सभा में। एक दूजे नाल नहरी देखना, तू भी अंम੍ਰਿਤਧਾਰੀ, मैं भी अंम੍ਰਿਤਧਾਰੀ। गुरु नानक दा सिख है, कलगीधर दा पुत्र है, गुरु ग्रंथ साहब नूं मनण वाला। फिर क्यों इन्नी जी, फिर इन्ना गैर क्यों वेख? ये हालात दुनिया ते बनी, रब दे बिल्कुल नेड़े नहीं ते ना कदे होवोगे। धर्मराज की सजा तो नहीं बचिया जा सकता। ये बाणी दे प्रमाण आप जी दे समक्ष रखे ने, जानना करो। इस प्रकार आप जी कहते आपे नूं आप मिल रहा। हौमे दुबदा जाए, हौमे तो दुबदा विचों चले गई, अपना आप मिटा दिता, परमेश्वर मिल के भेद हो गए। इस प्रकार पानी च पानी मिल जाता है। क्यों जल में जल आए खटाना, क्यों ज्योति संजोत मना। जे दुनिया की ईर्खा दवैत नहीं मिटी, श्रेष्ठ गुण नहीं आए, ते मर के मुक्ति किवें मिल जाऊ? इवें आप जी कहते हैं, नानक नाम रते दुतर तरे, भौजल विषम संसार। गुरु अमरदास सच्चे पातशाह कहते नानक नाम रते, परमेश्वर के नाम सदाकार एक मिक होए। दुतर कठिन औखा तरन वाला संसार भयदायक जल है, जिस विच किस नूं तर गए ते मुक्ति रूप किनारे ते लंघ गए, चले गए, पहुंच गए ते होरनां नूं भी निगाह लेना कीता है। थोड़ी मौड़ी उचार के साहब होर किरपा करते हैं। मनमुख अंदर ना भालनी, मुठे अहं मत्ते। मुठे लुटे गए अहं हंकार वाली मत विच। हंकार नहीं मन तो निकलिया, मैं चंगा बाकी झूठ। मनमुख पुरख अंदर नहीं भालते, अपने अंदर छोटा नहीं फिरते। अपने गिरीवान में सिर नीवा कर देख नहीं वेखते, दूजिया दे अवगुण वेखते, अपने नहीं वेखते। मनमुख अंदर ना भालनी ते बाहर भालन तुर पैंदे, रब किते लुकिया होया है। वो मनमुख अंदर ना भालनी, पुठे अगे गए अहं हंकार दी मत विच टुटे फुटे गए हन। चारे कुंडा पाक थके अंदर तेख तत्ते। चारे कुंडा दक्षिण पूर्व पश्चिम आदक, भाव थके फिर थके भाव थके, जानवर की तरह अंदर तिख प्यास के तत्ते सड़े बड़े औगुणी अंदर हन, जब शुभ गुण आया ही कोई नहीं। ये हालात मनमुखा दी हुंदी है। सिमरत सास्त ना सोधनी, मनमुख बिगुते। 27 सिमरतियां गिनती विच ते 6 शास्त्र। सो 4 वेद, 4 किताबां, उंजील, त्रेद, जबूर, कुरान, श्याम वेद, दिग वेद, जुजर वेद, अरबण वेद। जिन्ने भी ग्रंथ ने दुनिया के, सारे ग्रंथ परमेश्वर के नाम नाल ही जोड़ते हैं। ग्रंथ लिखण वालियां भी नाम ही जपिया। इहो सुनिया दिंदे भी ईर्खा दवैत परमेश्वर करता पुरख एक ही, उसनूं भाव ध्याना करो। जिन्हें सोधने नहीं, पढ़ छड़े दे विचारने नहीं, ते विगुत्ते खराब होए ने ते गां खराब होणगे।
ਤੇ ਦੂਜਿਆਂ ਨੂੰ ਖਰਾਬ ਕਰਨਗੇ, ਪ੍ਰਾਪਤੀ ਕਦੇ ਨਹੀਂ ਹੋਣੀ। ਬੜ ਗੱਡੀ ਲੱਦੀਏ, ਬੜ ਭਰੀਏ ਸਾਥ ਆਦਿਕ ਪੰਕਤੀਆਂ ਨੇ। ਗੁਰੂ ਨਾਨਕ ਪਾਤਸ਼ਾਹ ਇੱਕ ਪੰਡਤ ਮਿਲਿਆ, ਬੜਾ ਵਿਦਵਾਨ ਸੀ, ਬੜੇ ਗ੍ਰੰਥ ਉਹਦੇ ਕੋਲ। ਮਹਾਰਾਜ ਸਾਹਿਬ ਕਿਰਪਾ ਕਰੋ, ਮਨ ਨੂੰ ਸ਼ਾਂਤੀ ਨਹੀਂ, ਮਨ ਨੂੰ ਸਾਹ ਨਹੀਂ ਮਿਲਦਾ। ਮੈਂ ਬੜਾ ਵਿਦਵਾਨ ਹਾਂ, ਬੜੇ ਗ੍ਰੰਥ ਪੜ੍ਹੇ ਨੇ, ਵੇਖੋ ਮੇਰੇ ਕੋਲ ਕਿੰਨੇ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਮੇਰੇ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਚਮਕੀ ਬੰਦਾ ਲਾਜ ਕਰਨ ਵਾਲੇ ਵੈਦ, ਭਗਤਾ ਮਮਤਾ ਮਿਟਣ ਵਾਲੇ। ਕਹਿੰਦੇ ਪੰਡਤ ਜੀ ਥੋੜਾ ਜਿਹਾ ਅੱਗੇ ਜਾ, ਅੱਗੇ ਤੇਰਾ ਗੁਰੂ ਬੈਠਾ, ਉਹ ਤੈਨੂੰ ਸਿੱਖਿਆ ਦਊ, ਫਿਰ ਪ੍ਰਾਪਤ। ਤੇ ਪੰਡਤ ਜੀ ਦੱਸੀ ਜੁਗਤੀ ਅਨੁਸਾਰ ਅੱਗੇ ਚਲੇ ਗਿਆ। ਅੱਗੇ 3 ਮਹਾਤਮਾ ਬੈਠੇ ਸੀ, ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ। ਪੰਡਤ ਨੇ ਜਾ ਮੱਥਾ ਟੇਕਿਆ, ਤੁਸੀਂ ਮੇਰੇ ਗੁਰੂ ਹੋ? ਉਹ ਹੱਸ ਕੇ ਕਹਿਣ ਲੱਗੇ, ਹਾਂ ਤੇਰੇ ਗੁਰੂ ਆ, ਪਰ ਥੋੜਾ ਹੋਰ ਅੱਗੇ ਜਾ, ਤੇਰਾ ਅਸਲ ਗੁਰੂ ਜਿਹੜਾ ਅੱਗੇ ਬੈਠਾ। ਅੱਗੇ ਚਲੇ ਗਿਆ। ਇੱਕ ਨੌਜਵਾਨ ਬੀਬੀ ਕੁਸੁੰਬੇ ਬਸਤਰ ਪਾ ਕੇ, ਗਹਿਣੇ ਆਦਿ ਪਾ ਕੇ ਬੈਠੀ ਹੋਈ ਹੈ। ਦੱਸੀ ਨਿਸ਼ਾਨੀ ਅਨੁਸਾਰ ਉਸ ਕੋਲ ਚਲੇ ਗਿਆ। ਜਾ ਗੋਡੀ ਹੱਥ ਲਾਇਆ ਵੀ ਤੂੰ ਮੇਰੀ ਗੁਰੂ। ਉਹਨੇ ਪੈਰੋਂ ਛਿੱਤਰ ਜੁੱਤੀ ਲਾ ਲਈ ਤੇ ਪੰਡਤ ਨੂੰ ਕੁੱਟਣਾ ਸ਼ੁਰੂ ਕਰਤਾ। ਇਤਨਾ ਕੁੱਟਿਆ ਹਾਲੋਂ ਬਿਹਾਲ ਕਰ ਦਿੱਤਾ। ਮਾਫੀਆਂ ਮੰਗੀਆਂ, ਹੱਥ ਜੋੜੇ, ਮਸਾਂ ਬਚਿਆ। ਤਵੇ ਵਾਪਸ ਆਇਆ। ਉਹਨਾਂ ਹੀ 3 ਮਹਾਤਮਾ ਕੋਲ, ਜੀ ਚੰਗੇ ਗੁਰੂ ਕੋਲ ਮੈਨੂੰ ਭੇਜਿਆ, ਇੰਨੇ ਸਖਤੇ ਸੁਭਾਅ ਦਾ, ਇੰਨੇ ਕਰੜੇ ਸੁਭਾਅ ਦਾ। ਉਹ ਬੀਬੀ ਇੰਨੀ ਤਮੋਗੁਣੀ, ਮੈਨੂੰ ਬੜਾ ਕੁੱਟਿਆ ਉਸਨੇ, ਮੈਂ ਤਾਂ ਮਸਾਂ ਹੀ ਛੁੱਟ ਕੇ ਆਇਆ ਹੈ। ਉਹ ਹੱਥ ਤੇ ਕਹਿਣ ਲੱਗੇ, ਉਹ ਹੈ ਮਾਇਆ, ਤੇ ਤੂੰ ਹੈ ਮਾਇਆ ਨੂੰ ਦਿਨੇ ਰਾਤ ਯਾਦ ਕਰਦਾ, ਚੇਤੇ ਕਰ। ਮਾਇਆ ਮਨੋ ਨਾ ਵੀਸਰੇ, ਮੰਗੇ ਦਮਾਂ ਦਾ। ਹੁਣ ਆਪਾਂ ਸਾਰੇ ਨਿਰਣਾ ਕਰ ਲਈਏ, ਸਭ ਤੋਂ ਵੱਧ ਯਾਦ ਕਿਹਨੂੰ ਕਰਦੇ? ਸਵੇਰ ਤੋਂ ਸ਼ਾਮ ਤੱਕ। ਹੋਰ ਕਿੱਥੇ ਖੜਕਦੇ ਐ, ਕਿੱਥੋਂ ਲੈਣੀ, ਕਿੱਥੇ ਦੇਣੀ, ਕਿੱਥੋਂ ਆਈ, ਕਿੱਥੇ ਗਈ। ਤੇ ਮਾਇਆ ਦੇ ਭਗਤ ਹੋਏ ਨਾ, ਤੇ ਮਾਇਆ ਨੇ ਉਹ ਕੁਝ ਕਰਨਾ ਜੋ ਪੰਡਤ ਨਾਲ ਹੋਇਆ। ਇਸ ਕਰਕੇ ਕਮਲਿਆ, ਤੂੰ ਗ੍ਰੰਥ ਪੜ੍ਹੇ ਨੇ, ਗ੍ਰੰਥ ਚੁੱਕੀ ਫਿਰਦਾ ਹੈ, ਪਰ ਧਿਆਨ ਤੇਰਾ ਮਾਇਆ 'ਚ ਰਿਹਾ, ਧਿਆਨ ਤੇਰਾ ਪੂਜਾ 'ਚ ਰਿਹਾ, ਭਾਵੇਂ ਕੀਰਤਨ ਤੇ ਭਾਵੇਂ ਕਥਾ ਤੇ ਭਾਵੇਂ ਭਗਤ ਤੂੰ ਮਾਇਆ ਦਾ ਹੈ, ਗੁਰੂ ਦਾ ਨਹੀਂ। ਗਿਣਤੀ ਤੇਰੀ ਮਾਇਆ ਵੱਲ ਜਾ। ਉਹ ਸਖਤ ਸੁਭਾਅ ਦੀ ਮਾਇਆ ਹੈ, ਉਹ ਤੈਨੂੰ ਉਹਦੇ ਕੋਲ ਭੇਜਿਆ, ਤੈਨੂੰ ਸਿੱਖਿਆ ਮਿਲ ਜਾਵੇ, ਤੂੰ ਲੈ ਆਇਆ ਹੈ। ਤੇ ਜਗਤ ਈਸ਼ਵਰ ਗੁਰੂ ਨਾਨਕ ਪਾਤਸ਼ਾਹ ਨੇ, ਜਿਨ੍ਹਾਂ ਕੋਲ ਤੂੰ ਪਹਿਲੋਂ ਆਇਆ, ਜਾ ਉਹਨਾਂ ਦੀ ਚਰਨੀ। ਫਿਰ ਆ ਕੇ ਗੁਰੂ ਚਰਨੀ ਪਿਆ ਤੇ ਮਹਾਰਾਜ ਸਾਹਿਬ ਸਭ ਉਪਦੇਸ਼ ਦਿੱਤਾ। ਤੇ ਉਦੋਂ ਉਚਾਰਿਆ, ਪੜ ਗੱਡੀ ਲੱਦੀਏ, ਪੜ ਭਰੀਏ ਖਾਰ, ਪੜ ਬੇੜੀ ਪਾਈਏ, ਪੜ ਗੱਡੀਏ ਖਾਦ, ਪੜੀਏ ਜੇਤੇ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰਜਾ। ਸਾਰਾ ਸ਼ਲੋਕ ਉਚਾਰ ਕੇ ਸਿੱਖਿਆ ਦਿੱਤੀ। ਤੋ ਨਾਨਕ ਲੇਖੇ ਇੱਕ ਗੱਲ ਹੋਰ, ਹਉਮੈ ਝਗੜਾ ਝਾਕ, ਜੇ ਪਰਮੇਸ਼ਰ ਦਾ ਨਾਮ ਨਹੀਂ ਤੇ ਫਿਰ ਜੇਤਾ ਪੜਿਆ, ਚੇਤਾ ਕਰਿਆ, ਨਹੀਂ ਪ੍ਰਾਪਤੀ ਹੋਵੇਗੀ। ਸਿਮਰਤ ਸਾਸਤਨਾ ਸੋਧਨੀ, ਮਨ ਮੁਖ ਬਿਗੁੱਤੇ। ਸਿਮਰਤੀਆਂ ਤੇ ਸ਼ਾਸਤਰ ਸੋਧੇ ਨਹੀਂ, ਪੜੇ ਵਿਚਾਰੇ ਨਹੀਂ, ਸਿਧਾਂਤ ਲਿਆ ਨਹੀਂ, ਮਨ ਮੁਖ ਬਿਗੁੱਤੇ। ਖਰਾਬ ਹੀ ਹੁੰਦੇ ਰਹੇ, ਦੂਜਿਆਂ ਨੂੰ ਕਰਦੇ ਰਹੇ। ਬਿਨ ਗੁਰ ਕਿਨੈ ਨਾ ਪਾਇਓ, ਹਰ ਨਾਮ ਹਰ ਸਤੇ। ਬਿਨਾਂ ਗੁਰੂ ਤੋਂ ਸਤਿਯੁਗ ਤੋਂ ਲੈ ਕੇ ਹੁਣ ਤੱਕ ਕਿਨੇ ਨਾ ਪਾਇਓ। ਹਰ ਨਾਮ ਹਰ ਸੱਤੇ, ਸਤ ਹੈ ਤੇ ਪਰਮੇਸ਼ਰ ਦਾ ਨਾਮ ਹੈ, ਹੋਰ ਕੋਈ ਵਸਤੂ ਦੁਨੀਆ ਤੇ ਸਤ ਨਹੀਂ। ਇਸ ਤਰ੍ਹਾਂ ਗੁਰੂ ਅਮਰਦਾਸ ਜੀ ਕਹਿੰਦੇ ਹਨ, ਸਤ ਗਿਆਨ ਵਿਚਾਰਿਆ, ਹਰ ਜਪ ਹਰ ਗਤੇ। ਸਿਧਾਂਤ ਰੂਪੀ ਗਿਆਨ ਗ੍ਰੰਥਾਂ ਚੋਂ, ਸ਼ਬਦ ਵਿੱਚੋਂ, ਦੁਨੀਆ ਤੋਂ ਵਿਚਾਰਿਆ, ਜਾਣਨਾ ਕੀ। ਹਰ ਜਪ ਹਰ ਗਤੇ, ਹਰੀ ਨੂੰ ਜਪਿਆ ਤੇ ਗਤੀ ਮੁਕਤੀ ਪ੍ਰਾਪਤ ਹੋਈ ਤੇ ਗਾਂ ਵੀ ਹੋਵੇ। ਹਰੀ ਨੂੰ ਜਪ ਲੈਣਾ ਕਰੋ ਵੱਧ ਤੋਂ ਵੱਧ। ਕਾਰੋਬਾਰ ਛੱਡ ਦੇਣਾ ਉਹ ਵੀ ਜ਼ਰੂਰ ਕਰੋ, ਉਪਜੀਵਕਾ ਚਲਾਉਣ ਲਈ। ਸੰਸਾਰ ਨਾਲ, ਦੁਨੀਆ ਨਾਲ ਮਿਲ ਕੇ ਵੀ ਚੱਲੋ। ਗਰੀਬ ਨਵਾਜ ਦੀ ਕਿਰਪਾ ਦੇ ਪਾਤਰ ਬਣ ਕੇ ਜ਼ਿੰਦਗੀ ਜੀਵਨ ਦੀਆਂ ਆਉਣ ਵਾਲੀਆਂ ਘੜੀਆਂ ਸਫਲੀਆਂ ਬਣਾ ਸਕੀਏ। ਇੰਨਾ ਕੁ ਨਿਸ਼ਾਨਾ ਸੀ ਕਿ ਮਹਾਰਾਜ ਸਾਹਿਬ ਕਿਰਪਾ ਕਰਨ ਤੇ ਕੱਲ ਦਾ ਦੀਵਾਨ ਸਾਨੂੰ ਬਖਸ਼ਣ, ਇਸ ਵਾਰ ਦਾ ਭੋਗ ਪੈ ਜਾਵੇ। ਸੋ ਇੰਨੀਆਂ ਕਿ ਬੇਨਤੀਆਂ ਸਵੀਕਾਰ ਕਰੋ। ਆਓ ਭੋਗ ਪਾਈਏ, ਫਤਿਹ ਜਾਈਏ। ਬਿਨ ਗੁਰ ਕਿਨੈ ਨਾ ਪਾਇਓ, ਹਰ ਨਾਮ ਹਰ ਸਤੇ। ਤਤ ਗਿਆਨ ਵਿਚਾਰ